ਸਿੰਘ ਬੈਂਸ ਦੇ ਉੱਤੇ ਬੀਤੇ ਦਿਨੀ ਇੱਕ ਲੁਧਿਆਣਾ ਦੀ ਮਹਿਲਾ ਵੱਲੋਂ ਗੰਭੀਰ ਇਲਜ਼ਾਮ ਲਗਾਏ ਨੇ ਜਬਰ ਜਨਾਹ ਦੇ। ਤੇ ਭਾਬੀ ਘਰ ਗਈ ਤਾਂ ਫਿਰ ਇਹਨੇ ਮੇਰੇ ਨਾਲ ਫਿਰ ਰਿਲੇਸ਼ਨ ਬਣਾਇਆ। ਦੀ ਗੱਲ ਹੈ, ਰਿਕਾਰਡਿੰਗਾਂ ਅਧੂਰੀਆਂ ਨੇ। ਹਰ ਕੋਈ ਇਹੀ ਸਵਾਲ ਕਰ ਰਿਹਾ, ਸੋਸ਼ਲ ਮੀਡੀਆ ਤੇ ਵੀ ਇਹੀ ਸਵਾਲ ਨੇ, ਕਮੈਂਟ ਵੀ ਇਹੀ ਆਉਂਦੇ ਨੇ। ਕਹਿੰਦੇ ਰਿਕਾਰਡਿੰਗ ਦੇ ਵਿੱਚ ਕੁਝ ਸਾਬਤ ਨਹੀਂ ਹੁੰਦਾ। ਮੈਂ ਤਾਂ ਭੀਖਤਾ ਨਹੀਂ ਸੀ ਮੰਗਦੀ ਸੀ ਸਰ, ਮੇਰੇ ਪੈਸੇ ਸੀ ਉਹ। ਮੇਰੇ ਪੈਸੇ ਦੇਣ ਲਈ ਇਹਨੇ ਮੇਰੇ ਨਾਲ ਇੱਦਾਂ ਕੀਤਾ। 14 ਸਾਲ ਜਿਹੜੀ ਕੁੜੀ ਤੋਂ ਰੱਖੜੀ ਬਣਾਈ ਉਹਨੇ ਇਹਦੇ ਨਾਲ ਵੀ ਇੱਦਾਂ ਹੀ ਕੀਤਾ ਵਾ। ਉਹ ਨਹੀਂ ਬੋਲਦੀ ਤਾਂ ਉਹ ਡਰਦੀਆਂ ਨੇ ਇਹਦੇ ਕੋਲੋਂ। ਅੱਜ ਵੀ ਹਿੰਮਤ ਜਤਾਈ ਹੈ। ਉਦੋਂ ਲੱਗਿਆ ਨਹੀਂ ਤੁਹਾਨੂੰ ਮੇਰੀ ਇੱਜ਼ਤ ਤਾਰ-ਤਾਰ ਹੋ ਰਹੀ ਹੈ ਜੇ ਤੁਹਾਡੇ ਨਾਲ ਇੱਦਾਂ ਹੋ ਰਿਹਾ ਸੀ ਵਾਕਈ? ਸਰ ਉਦੋਂ ਮੇਰੀ ਮਜਬੂਰੀ ਸੀ ਕਿ ਮੈਂ ਘਰ ਵੀ ਚਲਾਉਣਾ ਸੀ ਆਪਣਾ। ਲੋਕਡਾਊਨ 'ਚ ਜੌਬ ਛੁੱਟ ਗਈ ਸੀ, ਮੇਰਾ ਪਲਾਟ ਦੱਬਦੇ ਪਏ ਸੀ ਇਹ। ਕਦੇ ਜਦੋਂ ਤੁਸੀਂ ਅਨਮੈਰਿਡ ਸੀਗੇ ਜਾਂ ਉਹ ਵੀ ਆਪਣੇ ਸਮੇਂ ਦੇ ਵਿੱਚ ਜਵਾਨੀ ਦਾ ਟਾਈਮ ਹੋਊਗਾ, ਜੋ ਉਮਰ ਘੱਟ ਹੋਊਗੀ, ਕਦੀ ਉਦੋਂ ਤੁਹਾਡਾ ਕਦੀ ਮੇਲ ਮਿਲਾਪ, ਬੋਲ ਚਾਲ ਕਦੀ ਮੈਸ ਦੇ ਨਾਲ ਹੋਇਆ? ਕਦੀ ਪੜ੍ਹਦੇ ਤਾਂ ਨਹੀਂ ਇਕੱਠੇ ਸੀਗੇ? ਕਦੇ ਕਿਸੇ ਕਾਲਜ ਸਕੂਲ ਦੇ ਵਿੱਚ ਇਕੱਠੇ ਪੜ੍ਹੇ ਹੋ? ਤੇ ਜੇ ਸੱਚ ਬੋਲਦਾ ਵਾ ਨਾ ਤੇ ਫਿਰ ਦਰਬਾਰ ਸਾਹਿਬ ਜਾ ਕੇ ਆਪਣੇ ਬੱਚੇ ਲੈ ਜਾਵੇ, ਕਸਮ ਖਾ ਲਵੇ। ਮੈਂ ਆਪਣੀ ਦਰਖਾਸਤ ਹੀ ਵਾਪਸ ਲੈ ਲੂੰਗੀ, ਇਹਨੂੰ ਮਾਫ ਕਰ ਦੂੰਗੀ। ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਬੀਤੇ ਦਿਨੀ ਇੱਕ ਲੁਧਿਆਣਾ ਦੀ ਮਹਿਲਾ ਵੱਲੋਂ ਗੰਭੀਰ ਇਲਜ਼ਾਮ ਲਗਾਏ ਨੇ ਜਬਰ ਜਨਾਹ ਦੇ, ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਸਿਆਸੀ ਰੂਪ ਵੀ ਅਖਤਿਆਰ ਕਰ ਰਿਹਾ। ਮਹਿਲਾ ਦੇ ਵੱਲੋਂ ਲਗਾਤਾਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਉਹ ਆਪਣੀ ਕੰਪਲੇਂਟ ਵਾਪਸ ਲਵੇ। ਪੀੜਤ ਮਹਿਲਾ ਇੱਕ ਵਾਰ ਫਿਰ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਵੀ ਹੁਣ ਤੱਕ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਜੋ ਕੰਪਲੇਂਟ ਦਿੱਤੀ ਹੈ ਉਹਦਾ ਸਟੇਟਸ ਕੀ ਹੈ, ਪੁਲਿਸ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਕੀਤੀ ਗਈ ਹੈ। ਮੈਮ, ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ, ਮੈਂ ਜਾਣਨਾ ਚਾਹੂੰਗਾ ਇੱਕ ਵਾਰ ਕਹਾਣੀ ਇੱਕ ਵਾਰੀ ਤੁਸੀਂ ਦੱਸ ਦਿਓ, ਕਦੋਂ ਕੀ ਹੋਇਆ, ਕਿਵੇਂ ਤੁਹਾਡਾ ਬੈਂਸ ਸਾਹਿਬ ਦੇ ਨਾਲ ਮੇਲ ਹੋਇਆ ਸੀ ਔਰ ਕਿਵੇਂ ਜਿਹੜੇ ਤੁਸੀਂ ਇਲਜ਼ਾਮ ਲਗਾਏ ਨੇ ਉਹ ਕਿਵੇਂ ਬਣੇ? ਸਰ 10 ਲੱਖ ਦਾ ਅਸੀਂ ਲੋਨ ਲਿਆ ਸੀ। 10 ਲੱਖ ਅਸੀਂ ਕੈਸ਼ ਦੇ ਕੇ ਨਾ ਘਰ ਲਿਆ ਸੀ ਈਸ਼ਰਨਗਰ ਦੇ ਵਿੱਚ। ਸੁਖਚੈਨ ਸਿੰਘ ਪ੍ਰਾਪਰਟੀ ਡੀਲਰ ਉਹਦੇ ਕੋਲੋਂ। ਅਤੇ ਮੇਰੇ ਹਸਬੈਂਡ ਐਕਸਪਾਇਰ ਹੋ ਗਏ ਤਾਂ ਉਹਦੀਆਂ ਲੋਨ ਦੀਆਂ ਇੰਸਟਾਲਮੈਂਟ ਟੁੱਟ ਗਈਆਂ, ਪਰ 1.25 ਲੱਖ ਰੁਪਈਆ ਅਸੀਂ ਦੇ ਚੁੱਕੇ ਸੀ। ਲੋਨ ਦੀ ਇੰਸਟਾਲਮੈਂਟ ਜਾ ਚੁੱਕੀ ਸੀ। ਉਸ ਤੋਂ ਬਾਅਦ ਲੋਨ ਦੀਆਂ ਇੰਸਟਾਲਮੈਂਟ 6 ਇੰਸਟਾਲਮੈਂਟ ਟੁੱਟ ਗਈਆਂ ਸੀ ਅਤੇ ਬੈਂਕ ਵਾਲੇ ਮੇਰੇ ਪਿੱਛੇ ਹੀ ਬੈਂਕ ਜੋਬ 'ਤੇ ਆਉਣ ਲੱਗ ਗਏ ਅਤੇ ਮੈਨੂੰ ਕਹਿਣ ਲੱਗੇ ਤੇਰੇ ਭਾਂਡੇ ਚੱਕ ਕੇ ਬਾਹਰ ਮਾਰਨੇ ਆ, ਘਰ ਸਾਡੇ ਹੈਂਡਓਵਰ ਕਰ ਦੇ। ਅਤੇ ਮੈਂ ਉੱਥੇ ਫਿਰ ਬੇਟੇ ਨੂੰ ਵੀ ਬੁਲਾਇਆ, ਇਹਨੇ ਵੀ ਕਾਫੀ ਕੁਛ ਕਿਹਾ ਉਹਨਾਂ ਨੂੰ ਕਿ ਤੁਸੀਂ ਇੱਦਾਂ ਆਫਿਸ ਕਿੱਦਾਂ ਆ ਸਕਦੇ ਹੋ। ਮੈਂ ਕਿਹਾ ਤੁਸੀਂ ਘਰ ਆਓ ਮੇਰੇ, ਹੈ ਨਾ। ਕਹਿੰਦੇ ਸਾਨੂੰ ਘਰ ਨਹੀਂ ਪਤਾ। ਮੈਂ ਕਿਹਾ ਮੇਰੇ ਹਸਬੈਂਡ ਐਕਸਪਾਇਰ ਹੋ ਗਏ, ਸਾਨੂੰ ਉਹ ਵੀ ਨਹੀਂ ਪਤਾ। ਮੈਂ ਕਿਹਾ ਫਿਰ ਤੁਹਾਨੂੰ ਇੱਦਾਂ ਕਿੱਦਾਂ ਪਤਾ ਲੱਗਿਆ ਕਿ ਮੈਂ ਇੱਥੇ ਜੋਬ ਕਰਦੀ ਹਾਂ? ਅਤੇ ਕਹਿੰਦੇ ਅਸੀਂ ਇਹ ਸਾਰਾ ਕੁਛ ਵੈਰੀਫਾਈ ਕਰ ਲੈਂਦੇ ਹੁੰਦੇ। ਮੈਂ ਕਿਹਾ ਫਿਰ ਤੁਹਾਨੂੰ ਘਰ ਦਾ ਕਿਉਂ ਨਹੀਂ ਪਤਾ, ਕਿ ਘਰ ਕਿਉਂ ਨਹੀਂ ਆਉਂਦੇ ਤੁਸੀਂ? ਅਤੇ ਫਿਰ ਮੈਂ ਸਿਮਰਜੀਤ ਸਿੰਘ ਬੈਂਸ ਨੂੰ ਮਿਲੀ ਸੀ ਸਾਡੀ ਗਲੀ ਦੇ ਵਿੱਚ ਹੀ। ਸੁਖਚੈਨ ਸਿੰਘ ਡੀਲਰ ਸਾਡੀ ਗਲੀ ਦੇ ਵਿੱਚ ਹੀ ਰਹਿੰਦਾ, ਉਹਦਾ ਘਰ ਜਿੱਥੇ ਉਹਨੇ ਸਾਨੂੰ ਲੈ ਕੇ ਦਿੱਤਾ ਸੀ। ਅਤੇ ਉਹਦੇ ਘਰ ਮੀਟਿੰਗ ਸੀ ਸਿਮਰਜੀਤ ਸਿੰਘ ਬੈਂਸ ਦੀ। ਅਤੇ ਉੱਥੇ ਮੈਨੂੰ ਇਹ ਮੀਟਿੰਗ ਦੀ ਗੱਲ ਹੈ ਜਿਹੜੀ ਮੀਟਿੰਗ ਇਹ ਸਰ ਅਪ੍ਰੈਲ ਦੀ ਹੈ। ਅਤੇ ਹਾਂਜੀ ਇਸੇ ਸਾਲ ਦੀ ਨਹੀਂ ਸਰ, ਲਾਸਟ ਈਅਰ ਦੀ। ਹਾਂਜੀ। ਅਤੇ ਉੱਥੇ ਮੈਨੂੰ ਮੀਟਿੰਗ ਦੇ ਵਿੱਚ ਮਿਲੇ ਤਾਂ ਮੈਨੂੰ ਕਹਿੰਦੇ ਕਿ ਤੇਰਾ ਘਰ ਕਿੱਥੇ ਆ? ਅਤੇ ਮੈਂ ਕਿਹਾ ਵੀ ਮੇਰਾ ਘਰ ਇੱਥੇ ਹੀ ਹੈ, ਕਿਉਂਕਿ ਇਹ ਨਾ ਮੇਰੇ ਬ੍ਰਦਰ ਦਾ ਫਰੈਂਡ ਆ, ਪੜੋਸੀ ਹਾਂ ਅਸੀਂ ਇਹਨਾਂ ਦੇ। ਸਿਮਰਜੀਤ ਸਿੰਘ ਬੈਂਸ? ਹਾਂਜੀ। ਕੋਟ ਮੰਗਲ ਸਿੰਘ ਜਿੱਥੇ ਇਹਦਾ ਆਫਿਸ ਆ ਉੱਥੇ ਉਹਦੇ ਨਾਲ ਹੀ ਸਾਡਾ ਘਰ। ਅਤੇ ਮੈਨੂੰ ਕਹਿੰਦੇ ਕਿ ਤੇਰਾ ਘਰ ਕਿੱਥੇ ਹੈ? ਮੈਂ ਕਿਹਾ ਇੱਥੇ ਹੀ ਆ, ਕੋਲ ਹੀ ਹੈ। ਅਤੇ ਜਦੋਂ ਮੇਰੀ ਬੈਂਕ ਦੀਆਂ ਇੰਸਟਾਲਮੈਂਟ ਟੁੱਟੀਆਂ ਤਾਂ ਫਿਰ ਮੈਨੂੰ ਲੱਗਿਆ ਕਿ ਕੰਟੈਕਟ 'ਚ ਹੈ ਇਹਨਾਂ ਦੇ ਡੀਲਰ ਸੁਖਚੈਨ ਸਿੰਘ। ਤਾਂ ਮੈਂ ਇਹਨਾਂ ਨੂੰ ਕਹਿ ਕੇ ਦੇਖਦੀ ਹਾਂ, ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਬੈਂਕ ਤੋਂ ਥੋੜ੍ਹਾ ਟਾਈਮ ਲੈ ਦਿਓ, PF ਕਢਵਾ ਕੇ ਮੈਂ ਦੇ ਦਿੰਦੀ ਹਾਂ ਇੰਸਟਾਲਮੈਂਟ। ਕਹਿੰਦੇ ਨਹੀਂ, ਕਹਿੰਦੇ ਕਿ ਬੈਂਕ ਜੋ ਕਹਿੰਦੀ ਆ ਉਹ ਸਹੀ ਕਹਿੰਦੀ ਆ, ਤੇਰਾ ਘਰ ਘੁਰ ਸਾਰਾ ਇਹਨਾਂ ਨੇ ਖੋਲ੍ਹ ਲੈਣਾ, ਭਾਂਡੇ ਚੱਕ ਕੇ ਬਾਹਰ ਮਾਰਨੇ ਆ, ਕੱਖ ਨਹੀਂ ਤੇਰੇ ਪੱਲੇ ਪੈਣਾ। ਇਹ ਮਾਫੀਆ ਆ, ਬ੍ਰੋਕਰ ਡੀਲਰ ਸਭ ਰਲੇ ਹੋਏ ਨੇ, ਘਰ ਇਹਨਾਂ ਦੇ ਹੈਂਡਓਵਰ ਕਰਦੇ। ਕਹਿੰਦੇ ਡੀਲਰ ਕੀ ਕਹਿੰਦਾ? ਮੈਂ ਕਿਹਾ ਡੀਲਰ ਇਹ ਕਹਿ ਰਿਹਾ ਸੁਖਚੈਨ ਸਿੰਘ 4.5 ਲੱਖ ਕੈਸ਼ ਲੈ ਲਾ ਅਤੇ ਨਾਲ ਇੱਕ ਪਲਾਟ ਲੈ ਲਾ ਜੱਸੋਵਾਲ। ਮੈਂ ਇਹਨੂੰ ਕਿਹਾ ਕਿ ਜੱਸੋਵਾਲ ਤਾਂ ਅਸੀਂ ਜਾਣਾ ਹੀ ਨਹੀਂ ਹੈਗਾ, ਹੈ ਨਾ, ਬਿਲਕੁਲ ਪੇਂਡੂ ਏਰੀਆ ਹੈ ਸਰ ਉਹ। ਅਤੇ ਮੈਂ ਕਹਿੰਦਾ ਕਿ ਸਾਡੇ ਕੋਲ ਫਿਲਹਾਲ ਸਾਡੇ ਕੋਲ ਪੇਮੈਂਟ ਹੈ ਨਹੀਂ ਗੀ, ਤੁਸੀਂ ਲੋਕਡਾਊਨ ਤੋਂ ਬਾਅਦ ਤੁਸੀਂ ਬਾਅਦ ਦੇ ਵਿੱਚ ਲੈ ਲਿਓ, ਜਦੋਂ ਅਸੀਂ ਨਾ ਕੋਠੀਆਂ ਸ਼ੁਰੂ ਕਰਾਂਗੇ ਬਰਸਾਤਾਂ 'ਚ। ਸੁਖਚੈਨ ਸਿੰਘ ਨੇ ਕਿਹਾ। ਅੱਛਾ, ਜਿਹੜਾ ਪਲਾਟ ਸੀਗਾ ਤੁਸੀਂ ਉਦੋਂ ਰਹਿੰਦੇ ਕਿੱਥੇ ਸੀ? ਆਪਣੇ ਈਸ਼ਰਨਗਰ 'ਚ ਸਰ ਆਪਣਾ ਘਰ ਸੀ ਸਾਡਾ, ਜਿਹੜਾ ਇਹਨਾਂ ਨੇ ਬੈਂਕ ਨੇ ਮੇਰੇ ਤੋਂ ਲੈ ਲਿਆ ਨਾ। 6 ਮਹੀਨੇ ਬਾਅਦ ਹੀ ਮੈਨੂੰ 6 ਇੰਸਟਾਲਮੈਂਟ ਤੋਂ ਬਾਅਦ ਹੀ ਮੈਨੂੰ ਪੋਜੈਸ਼ਨ ਲੈਟਰ ਦਿਵਾਤੀ, ਹੈ ਨਾ। ਪੋਜੈਸ਼ਨ ਲੈਟਰ ਤੋਂ ਬਾਅਦ ਫਿਰ ਮੈਂ ਇਹਨਾਂ ਕੋਲ ਗਈ ਸੀ ਤਾਂ ਕਹਿੰਦੇ ਕਿ ਹੈਂਡਓਵਰ ਕਰ ਦਿਓ ਤੁਸੀਂ, ਅਤੇ ਜੱਸੋਵਾਲ ਪਲਾਟ ਦੇ ਦਿੰਦੇ ਆ ਤੁਹਾਨੂੰ 60 ਗਜ਼ ਦਾ। 60 ਗਜ਼ ਇਹਨਾਂ ਨੇ ਮੈਨੂੰ ਪਲਾਟ ਦਿੱਤਾ, 4.5 ਲੱਖ ਕੈਸ਼ ਦਿੱਤਾ। ਅਤੇ ਲੋਕਡਾਊਨ ਤੋਂ ਪਹਿਲਾਂ 1 ਮਹੀਨਾ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੇਰੀ ਨਾ ਬੇਟੇ ਦੀ ਫਰੈਂਡ ਦਾ ਬਣਦਾ ਪਿਆ ਬਾਹਰ ਦਾ, ਦੁਬਈ ਦਾ, ਅਤੇ ਤੁਸੀਂ ਮੈਨੂੰ ਪੇਮੈਂਟ ਦੇ ਦਿਓ, ਮੈਂ ਉਹਦਾ ਵੀ ਬਣਾ ਦੂੰਗੀ। ਅਤੇ ਕਹਿੰਦੇ ਰੁਕ ਜਾਓ। ਕੌਣ ਕਹਿੰਦਾ ਸੀ ਤੁਹਾਨੂੰ? ਸੁਖਚੈਨ ਸਿੰਘ ਜਾਂ ਸਿੰਘ ਡੀਲਰ ਸਰ?
ਤੇ ਕਹਿੰਦੇ ਥੋੜੀ ਦੇਰ ਰੁਕ ਜਾਓ। ਜਦੋਂ ਮੈਂ ਲੋਕਡਾਊਨ ਤੋਂ ਬਾਅਦ ਇਹਨਾਂ ਕੋਲ ਗਈ ਤਾਂ ਕਹਿੰਦੇ ਉਹ ਤਾਂ ਲੋਕਡਾਊਨ ਤੋਂ ਪਹਿਲਾਂ ਦੀਆਂ ਗੱਲਾਂ ਸੀਗੀਆਂ, ਹੁਣ ਭੁੱਲ ਜਾਓ। ਪਹਿਲਾਂ ਇਹਨੇ ਮੈਨੂੰ 2500 3000 ਦੇ ਹਿਸਾਬ ਨਾਲ ਰੇਟ ਕਿਹਾ ਸੀ, ਹੁਣ ਮੈਨੂੰ ਕਹਿੰਦਾ ਕਿ 1600 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਰੇਟ ਮਿਲਣਾ ਹੈ, ਗਜ ਦੇ ਹਿਸਾਬ ਨਾਲ। ਹਾਂਜੀ 1600 ਗਜ। ਤੇ ਮੈਂ ਕਿਹਾ, ਮੈਂ ਜਦੋਂ ਇਹਨਾਂ ਕੋਲ ਫਿਰ ਮੈਂ ਇਹਨਾਂ ਕੋਲ ਗਈ ਸਿਮਰਜੀਤ ਸਿੰਘ ਬੈਂਸ ਕੋਲ ਗਈ। ਮੈਂ ਕਿਹਾ ਵੀ ਡੀਲਰ ਮੈਨੂੰ ਇਦਾਂ ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਅੰਦਰ ਬੈਠੋ ਰੂਮ 'ਚ, ਮੈਂ ਗੱਲ ਕਰ ਲੈਣਾ ਹੈ। ਤੇ ਰੂਮ 'ਚ ਇਹਨਾਂ ਨੇ ਮੇਰੇ ਨਾਲ ਰਿਲੇਸ਼ਨ ਬਣਾਇਆ। ਉਸ ਤੋਂ ਬਾਅਦ ਇਹਨਾਂ ਨੇ ਡੀਲਰ ਨਾਲ ਗੱਲ ਕਰੀ ਕਿ ਕਹਿੰਦੇ ਕਿ ਇਹਦੇ ਨਾਲ ਇਹਨੂੰ ਪੇਮੈਂਟ ਦੇ ਦੇ, ਥੋੜੀ ਬਹੁਤੀ ਆਪਣੀ ਪਾਕਟ 'ਚ ਹੀ ਦੇ ਦੇ। ਤੇ ਉਹਨੇ ਮੈਨੂੰ 20000 ਕੈਸ਼ ਦਿੱਤਾ ਤੇ 5000 ਸਾਰੇ ਉਹਨੇ ਮੈਨੂੰ ਕਹਿੰਦਾ ਮੈਂ ਤੁਹਾਨੂੰ ਦੇ ਦਿੰਦਾ ਹੈ ਨਾ। ਦੂਸਰੇ ਦਿਨ ਮੈਂ ਉਹਨੂੰ ਫ਼ੋਨ ਕੀਤਾ, ਸਵੇਰੇ ਫ਼ੋਨ ਕੀਤਾ, ਸ਼ਾਮ ਨੂੰ ਫ਼ੋਨ ਕੀਤਾ, ਰਾਤ ਨੂੰ ਫ਼ੋਨ ਚੱਕਿਆ ਨਹੀਂ ਮੇਰਾ। ਸੁਖਚੈਨ ਸਿੰਘ ਡੀਲਰ ਨੇ ਰਾਤ ਨੂੰ ਫ਼ੋਨ ਚੱਕਿਆ, ਕਹਿੰਦਾ ਤੁਸੀਂ ਨਾ ਗਿਲਜ਼ ਗਾਰਡਨ ਕੋਲ ਆ ਜਾਓ। ਤੇ ਮੈਂ ਗਿਲਜ਼ ਗਾਰਡਨ ਕੋਲ ਗਈ ਤਾਂ ਮੈਨੂੰ ਕਹਿੰਦਾ ਕਿ ਤੁਸੀਂ ਟਰਾਲੀ ਕੋਲ ਆਓ। ਟਰਾਲੀ ਕੋਲ ਗਈ ਤਾਂ ਕਹਿੰਦਾ ਕਾਰ 'ਚ ਬੈਠੋ ਫਿਰ ਪੇਮੈਂਟ ਦਿੰਦੇ ਆ। 2 ਜਣੇ ਨੇ, ਇਹਨਾਂ ਨੇ ਡਰਿੰਕ ਕਰੀ ਹੋਈ ਸੀ ਤੇ ਮੈਨੂੰ ਕਾਰ 'ਚ ਬਿਠਾ ਕੇ ਇਹਨੇ ਪੇਮੈਂਟ ਦਿੱਤੀ। ਮੈਂ ਕਿਹਾ ਭਾਜੀ ਮੈਨੂੰ ਪਰੇਸ਼ਾਨ ਨਾ ਕਰੋ, ਮੇਰਾ ਬੇਟਾ ਬਿਮਾਰ ਆ, ਮੈਂ ਹਸਪੀਟਲ ਲੈ ਕੇ ਜਾਣਾ ਉਹਨੂੰ, ਤੇ ਤੁਸੀਂ ਮੈਨੂੰ ਇੰਨਾ ਪਰੇਸ਼ਾਨ ਕਰੀ ਜਾਂਦੇ ਹੋ। ਕਹਿੰਦੇ ਕੋਈ ਗੱਲ ਨਹੀਂ, ਦੇ ਦਿੰਦੇ ਆ ਪੇਮੈਂਟ ਤੁਹਾਨੂੰ, ਹੈ ਨਾ। ਤੇ ਪੇਮੈਂਟ ਲੈ ਕੇ ਮੈਂ ਆ ਗਈ। ਉਸ ਤੋਂ ਬਾਅਦ ਫਿਰ ਮੈਂ ਜਦੋਂ ਪੇਮੈਂਟ ਮੰਗੀ, ਫਿਰ ਮੈਨੂੰ ਕਹਿੰਦੇ ਕਿ ਰਜਿਸਟਰੀ ਕਰਾ ਦਿੰਦੇ, ਆਪੇ ਵੇਚ ਲਓ, ਅਸੀਂ ਨਹੀਂ ਕੁਝ ਵੀ ਕਰ ਸਕਦੇ ਹੈਗੇ, ਆਪੇ ਵੇਚ ਲਓ। ਤੇ ਮੈਂ ਕਿਹਾ ਚਲੋ। ਮੈਂ ਫਿਰ ਰਿਲੇਸ਼ਨ ਪਹਿਲਾਂ ਗੱਲ ਕੀਤੀ ਹੈ, ਰਿਲੇਸ਼ਨ ਬਣਾਉਣ ਦੀ, ਇਹ ਕੌਣ ਸੀਗੇ? ਸੁਖਚੈਨ ਸਿੰਘ ਸੀਗੇ ਜਾਂ ਸਿਮਰਨਜੀਤ ਸਿੰਘ ਬੈਂਸ। ਆਪਣੇ ਆਫਿਸ ਦੇ ਸਪੈਸ਼ਲ ਰੂਮ ਹੈ ਇਹਨਾਂ ਦਾ, ਸੈਂਟਰ ਦੇ ਵਿੱਚ ਬਣਿਆ, ਉੱਥੇ ਬਿਠਾ ਲੈਂਦੇ ਸੀ, ਕਹਿੰਦੇ ਸੀ ਉੱਧਰ ਬੈਠੋ ਸਪੈਸ਼ਲ। ਕਿਉਂਕਿ ਮੈਂ ਪਬਲਿਕ ਰੂਮ ਦੇ ਵਿੱਚ ਜਾਂਦੀ ਸੀ, ਪਬਲਿਕ ਆਫਿਸ ਦੇ ਵਿੱਚ, ਤਾਂ ਮੈਨੂੰ ਕਹਿੰਦੇ ਤੁਸੀਂ ਇੱਥੇ ਨਹੀਂ ਬੈਠਣਾ, ਤੁਸੀਂ ਉੱਧਰ ਬੈਠੋ। ਤੇ ਉਸ ਤੋਂ ਬਾਅਦ ਮੈਂ ਇਹਨੂੰ ਦੁਬਾਰਾ ਇਹਦੇ ਕੋਲ ਪੇਮੈਂਟ ਲੈਣ ਗਈ ਤਾਂ ਕਹਿੰਦਾ ਕਿ ਤੁਸੀਂ ਆਪੇ ਵੇਚ ਲਓ। ਮੈਂ ਡੀਲਰਾਂ ਕੋਲ ਗੱਲ ਕੀਤੀ ਕਈਆਂ ਕੋਲ, ਤਾਂ ਕਹਿੰਦੇ ਕਿ ਅਸੀਂ 3000 ਦੇ ਹਿਸਾਬ ਨਾਲ ਲੈ ਲੈਂਦੇ ਹਾਂ। ਜਦੋਂ ਇਹਦੇ ਕੋਲ ਗਏ, ਕਿਉਂਕਿ ਇਹਦੇ ਕੋਲ ਹੀ ਸੀਗੀ ਨਾ ਪਾਵਰ ਆਫ ਅਟਰਨੀ ਹੈ ਜੋ ਉਹਦੇ, ਮੈਨੂੰ ਫੁੱਲ ਐਂਡ ਫਾਈਨਲ ਦਿੱਤਾ ਸੀ ਇਹਨਾਂ ਨੇ, ਰਜਿਸਟਰੀ ਨਹੀਂ ਸੀ ਦਿੱਤੀ। ਕਹਿੰਦੇ 8000 ਰਜਿਸਟਰੀ 'ਤੇ ਲਾਉਂਗੇ, ਨਾ ਲਾਓ ਤੁਹਾਨੂੰ ਪੇਮੈਂਟ ਦੇ ਦਾਂਗੇ ਬਰਸਾਤਾਂ ਤੋਂ ਬਾਅਦ। ਤੇ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਪੇਮੈਂਟ ਦੇ ਦਿਓ, ਕਹਿੰਦੇ ਕਿ ਨਹੀਂ ਹੈਗੀ। ਤਾਂ ਡੀਲਰਾਂ ਨੂੰ ਪੁੱਛਿਆ, ਡੀਲਰ ਕਹਿੰਦੇ ਕੋਈ ਗੱਲ ਨਹੀਂ। ਡੀਲਰ ਜਦੋਂ ਇਹਦੇ ਕੋਲ ਗਏ ਤਾਂ ਕਹਿੰਦਾ 1600 ਦੇ ਹਿਸਾਬ ਨਾਲ ਤਾਂ ਮੈਂ ਵੇਚਦਾ ਪਿਆ, ਤੁਸੀਂ ਇਹਨਾਂ ਨੂੰ ਕਿੱਦਾਂ 3000 ਦੇ ਦੋਗੇ। ਤੇ ਫਿਰ ਮੈਨੂੰ ਕਹਿੰਦਾ 1600 ਦੇ ਹਿਸਾਬ ਨਾਲ ਹੀ ਡੀਲਰ ਕਹਿੰਦੇ। ਫਿਰ ਮੈਂ ਸਿਮਰਜੀਤ ਸਿੰਘ ਬੈਂਸ ਕੋਲ ਗਈ ਤਾਂ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਨਾ ਇੱਥੇ ਰੂਮ 'ਚ ਬੈਠੋ, ਮੈਂ ਤੁਹਾਨੂੰ ਪੇਮੈਂਟ ਕਰਵਾ ਦਿੰਦਾ। ਤੇ ਮੈਂ ਇਹਦੇ ਕੋਲ ਰੂਮ 'ਚ ਇਹਨੇ ਮੇਰੇ ਨਾਲ ਰਿਲੇਸ਼ਨ ਬਣਾਇਆ। ਉਸ ਤੋਂ ਬਾਅਦ ਫਿਰ ਮੈਨੂੰ ਇਹਨੇ ਡੀਲਰ ਕੋਲ ਭੇਜਿਆ, ਕਹਿੰਦਾ ਇਹਨਾਂ ਨੂੰ ਨਾ ਦੇ ਦਿਓ 50000 ਇਹਨਾਂ ਨੇ ਮੈਨੂੰ ਦਿੱਤਾ। ਤੇ ਕਹਿੰਦੇ ਉਸ ਤੋਂ ਬਾਅਦ ਫਿਰ ਮੈਨੂੰ ਕਹਿੰਦੇ ਕਿ ਹਜੇ ਪੇਮੈਂਟ ਹੁਣ ਨਾ, ਤੁਸੀਂ 6 ਮਹੀਨੇ ਬਾਅਦ ਕੋਈ ਪੇਮੈਂਟ ਨਹੀਂ ਮਿਲਣੀ। ਫਿਰ ਮੈਂ ਇਹਨਾਂ ਕੋਲ ਗਈ ਸਿਮਰਜੀਤ ਸਿੰਘ ਬੈਂਸ ਕੋਲ, ਕਹਿੰਦੇ ਕਿ ਮੈਂ ਕਿਹਾ, ਉਹ ਕਹਿੰਦਾ 6 ਮਹੀਨੇ ਤੱਕ ਕੋਈ ਪੇਮੈਂਟ ਨਹੀਂ ਮਿਲਣੀ। ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਭਾਬੀ ਘਰ ਆ ਜਾਓ, ਮੈਂ ਤੁਹਾਨੂੰ ਪੇਮੈਂਟ ਦਵਾ ਦੂੰਗਾ। ਤੇ ਭਾਬੀ ਘਰ ਗਈ ਤਾਂ ਇਹ ਕੌਣ ਕਿਰਨ ਨੇ? ਇਹ ਤੁਹਾਡੀ ਫੋਨ ਤੇ ਗੱਲਬਾਤ ਹੁੰਦੀ ਸੀਗੀ ਸਿਮਰਜੀਤ ਬੈਂਸ ਦੇ ਨਾਲ? ਹਾਂਜੀ, ਸਿਮਰਨਜੀਤ ਸਿੰਘ ਬੈਂਸ ਨਾਲ। ਤੇ ਮੈਸੇਜ ਮੇਰੇ ਕੋਲ ਹੈਗਾ ਹੀ ਆ ਕਿ ਭਾਬੀ ਘਰ ਆ ਜਾਓ, ਆਫਿਸ ਨਾ ਆਇਓ। ਤੇ ਭਾਬੀ ਘਰ ਗਈ ਤਾਂ ਫਿਰ ਇਹਨੇ ਮੇਰੇ ਨਾਲ ਫਿਰ ਰਿਲੇਸ਼ਨ ਬਣਾਇਆ। ਤੇ ਫਿਰ ਉਹਨੂੰ ਕਹਿੰਦਾ ਕਿ ਇਹਨੂੰ ਪੇਮੈਂਟ ਦੇ ਦੀ। ਤੇ ਫਿਰ ਪੇਮੈਂਟ ਫਿਰ ਉਹਨੇ ਫਿਰ ਕਹਿੰਦਾ ਕਿ 1900 ਦੇ ਹਿਸਾਬ ਨਾਲ ਦਊਂਗਾ। ਕਹਿੰਦੇ ਮੈਨੂੰ ਇਹਨਾਂ ਦਾ ਮੈਸੇਜ ਆਇਆ ਪੇਮੈਂਟ ਲੈ ਲਈ। ਮੈਂ ਕਿਹਾ ਨਹੀਂ, ਪੇਮੈਂਟ ਲਈ ਨਹੀਂ। ਕਹਿੰਦੇ ਕਹਿੰਦੇ ਕੀ ਕਹਿੰਦਾ? ਮੈਂ ਕਿਹਾ 1600 ਤੇ ਅੜਿਆ ਹੋਇਆ। ਕਹਿੰਦੇ ਮੈਂ ਕੀ ਰੇਟ ਤੈਅ ਕੀਤਾ ਸੀ? ਮੈਂ ਕਿਹਾ ਤੁਸੀਂ 2000 ਕਿਹਾ ਸੀ, ਚਲੋ 2500 ਨਹੀਂ ਦਿੰਦਾ ਤਾਂ 2000 ਦਵਾ ਦਿੰਦੇ। ਤੇ 2000 ਦੇ ਹਿਸਾਬ ਨਾਲ ਕਹਿੰਦੇ ਚੱਲ ਮੈਂ ਗੱਲ ਕਰਦਾ। ਗੱਲ ਕਰਕੇ ਕਹਿੰਦੇ ਤੂੰ ਭਾਬੀ ਘਰ ਆ। ਮੈਂ ਕਿਹਾ, ਕਹਿੰਦੇ ਪਹਿਲਾਂ ਭਾਬੀ ਘਰ ਆ ਜਾ, ਮੈਂ ਪੇਮੈਂਟ ਤੈਨੂੰ ਭਾਵੇਂ ਆਪਣੀ ਪਾਕਟ 'ਚੋਂ ਦੇਵਾਂ। ਮੈਂ ਇਹਦੇ ਘਰ ਜਾਣ ਲਈ ਫਿਰ ਮੈਂ ਇਹਨਾਂ ਦੀ ਜਿਹੜੀ ਪ੍ਰਧਾਨ ਆ, ਜਿਹੜੀ ਮਹੱਲੇ ਦੀ ਪ੍ਰਧਾਨ ਇਹਨਾਂ ਦੀ ਬਣਾਈ ਹੋਈ, ਉਹਨੂੰ ਮੈਂ ਕਿਹਾ ਕਿ ਮੈਨੂੰ ਬੁਲਾ ਰਹੇ ਨੇ। ਮੈਂ ਕਿਹਾ, ਕਹਿੰਦੀ ਤੁਸੀਂ ਜਾਓ ਤੇ ਪੇਮੈਂਟ ਲੈ ਆਓ। ਜਦੋਂ ਮੈਂ ਗਈ ਤਾਂ ਮੈਨੂੰ ਕਹਿੰਦੇ ਰੂਮ 'ਚ ਬਹਿ ਜਾਓ ਲਾਈਟ ਬੰਦ ਕਰਕੇ। ਇਹ ਜਿਹੜਾ ਆਫਿਸ ਵਾਲਾ ਰੂਮ ਜਾਂ ਜਿਹੜਾ ਤੁਸੀਂ ਭਾਬੀ ਦੇ ਘਰ ਦਾ ਰੂਮ ਕਹਿੰਦੇ ਹੋ? ਹਾਂਜੀ ਹਾਂਜੀ, ਭਾਬੀ ਦੇ ਘਰ ਦੇ, ਇਹ ਆਫਿਸ ਦਾ ਰੂਮ ਸੀਗਾ। ਤੇ ਮੈਨੂੰ ਕਹਿੰਦੇ ਕਿ ਰੂਮ ਦੇ ਵਿੱਚ ਬੈਠ ਜਾਓ। ਰੂਮ ਦੇ ਵਿੱਚ ਬੈਠਣ ਤੋਂ ਬਾਅਦ ਫਿਰ ਇਹਨਾਂ ਨੇ ਰਿਲੇਸ਼ਨ ਬਣਾਏ। ਤੇ ਫਿਰ ਇਹਨੂੰ ਕਹਿੰਦੇ ਕਿ ਪੈਸੇ ਦੇ, ਇਹਨੂੰ ਪੇਮੈਂਟ ਦੇ। ਡੀਲਰ ਫਿਰ ਅੜਿਆ ਰਿਹਾ ਕਿ 1900 ਦੇ ਹਿਸਾਬ ਨਾਲ ਹੀ ਪੈਸੇ ਦੇਣੇ ਨੇ। ਤੇ ਉਸ ਤੋਂ ਬਾਅਦ ਫਿਰ ਮੈਂ ਮੇਰੀ ਫਰੈਂਡ ਕਹਿੰਦੀ ਕਿ ਆਪਾਂ ਭਾਬੀ ਉੱਥੇ ਚੱਲਦੇ ਹਾਂ। ਮੇਰੀ ਫਰੈਂਡ ਆ, ਉਹਦੇ ਡੀਲਰ ਦੇ ਘਰ, ਉਹਦਾ ਹਸਬੈਂਡ ਡੀਲਰ, ਉਹਦੇ ਘਰ ਚੱਲਦੇ ਹਾਂ। ਉਹਦੇ ਘਰ ਗਏ ਤਾਂ ਫਿਰ ਮੈਨੂੰ ਕਹਿੰਦਾ ਕਿ ਡੀਲਰ ਸੀ ਜਿਹੜਾ, ਉਹਨੇ ਸੁਖਚੈਨ ਸਿੰਘ ਨੂੰ ਫੋਨ ਕਰਤਾ ਕਿਉਂਕਿ ਉਹ ਦੋਨੋਂ ਫਰੈਂਡ ਸੀ। ਤੇ ਉਹ ਫਿਰ ਸਿਮਰਜੀਤ ਸਿੰਘ ਬੈਂਸ ਦਾ ਫੋਨ ਆਇਆ, ਕਹਿੰਦੇ ਕਿੱਥੇ ਹੋ? ਮੈਂ ਕਿਹਾ ਮੈਂ ਇੱਦਾਂ ਕਿਸੇ ਦੇ ਘਰ ਆ। ਕਹਿੰਦੇ 15 ਮਿੰਟ 'ਚ ਆਫਿਸ ਆ ਜਾ। ਤੇ ਉਹ ਮੈਂ ਰਿਕਾਰਡਿੰਗ ਦਿੱਤੀ ਵੀ ਹੋਈ ਆ। ਫਿਰ ਮੈਂ ਇਹਨਾਂ ਦੀ ਪ੍ਰਧਾਨ ਨੂੰ ਕਿਹਾ, ਮੈਂ ਕਿਹਾ ਵੀ ਮੈਨੂੰ ਕਹਿੰਦੇ ਕਿ ਆਫਿਸ ਆ। ਕਹਿੰਦੀ ਤਾਂ ਤੁਹਾਨੂੰ ਜਾਣਾ ਹੀ ਪੈਣਾ ਆ, ਹੈ ਨਾ, ਜੇ ਪੇਮੈਂਟ ਲੈਣੀ ਹੈ ਤਾਂ। ਤੇ ਉਹ ਆਫਿਸ ਗਈ ਤਾਂ ਇਹਨਾਂ ਨੇ ਕਹਿੰਦੇ ਲਾਈਟ ਬੰਦ ਕਰਕੇ ਬਹਿ ਜਾ। ਫਿਰ ਸਾਰੀ ਰਿਕਾਰਡਿੰਗ ਹੈਗੀ ਹੋਈ ਹੈ ਤੁਹਾਡੇ ਕੋਲ। ਕਹਿੰਦੇ ਰਿਕਾਰਡਿੰਗ ਦੀ ਗੱਲ ਹੈ, ਰਿਕਾਰਡਿੰਗਾਂ ਅਧੂਰੀਆਂ ਨੇ। ਹਰ ਕੋਈ ਇਹੀ ਸਵਾਲ ਕਰ ਰਿਹਾ, ਸੋਸ਼ਲ ਮੀਡੀਆ ਤੇ ਵੀ ਇਹੀ ਸਵਾਲ ਨੇ, ਕਮੈਂਟ ਵੀ ਇਹੀ ਆਉਂਦੇ ਨੇ। ਕਹਿੰਦੇ ਰਿਕਾਰਡਿੰਗ ਦੇ ਵਿੱਚ ਕੁਝ ਸਾਬਤ ਨਹੀਂ ਹੁੰਦਾ। ਰਿਕਾਰਡਿੰਗਾਂ ਕਹਿੰਦੇ ਅਧੂਰੀਆਂ ਨੇ। ਰਿਕਾਰਡਿੰਗਾਂ ਜਾਂ ਤਾਂ ਕਹਿੰਦੇ ਉਹਦੇ ਨਾਲ ਛੇੜਛਾੜ ਕੀਤੀ ਕਿ ਕੋਈ ਟੈਂਪਰਿੰਗ ਹੈ, ਕੱਟੀਆਂ ਗਈਆਂ, ਪ੍ਰੋਪਰ ਪੂਰੀਆਂ ਆਡੀਓਜ਼ ਨਹੀਂ ਹੈਗੀਆਂ। ਸਰ ਉਹ ਮੈਨੂੰ ਇਹੀ ਕਹਿੰਦੇ ਹੁੰਦੇ ਸੀ ਕਿ ਰੂਮ 'ਚ ਬੈਠ ਜਾਓ। ਰੂਮ 'ਚ ਜਦੋਂ ਮੈਂ ਬੈਠੀ ਹਾਂ, ਮੈਨੂੰ ਕਿਹਾ ਕਿ ਕਹਿੰਦੀ ਗੱਲ ਤਾਂ ਸੁਣਦੇ ਨਹੀਂ ਹੈਗੇ। ਕਹਿੰਦੀ ਕੋਈ ਗੱਲ ਨਹੀਂ, ਗੱਲ ਵੀ ਸੁਣਨਗੇ, ਤੇ ਤੁਸੀਂ ਪਹਿਲਾਂ ਮਿਲ ਲਓ ਉਹਨੂੰ। ਫਿਰ ਉਹਨੂੰ ਮੈਂ ਮਿਲੀ ਤੇ ਕਹਿੰਦਾ ਕਿ ਹੁਣ ਮੈਂ ਤੈਨੂੰ ਪੇਮੈਂਟ ਦਵਾਊਂਗਾ
ਤੁਸੀਂ ਕੱਲ ਮੈਨੂੰ ਫੋਨ ਮਾਰਨਿੰਗ ਯਾਦ ਕਰਾਇਓ। ਮਾਰਨਿੰਗ ਜਦੋਂ ਯਾਦ ਕਰਾਇਆ ਤਾਂ ਕਹਿੰਦੇ ਕਿ ਭਾਬੀ ਘਰ ਆ। ਭਾਬੀ ਘਰ ਗਈ ਤਾਂ ਫਿਰ ਜਦੋਂ ਮੈਂ ਇਹਦੇ ਭਾਬੀ ਘਰ ਗਈ ਹਾਂ ਤਾਂ ਭਾਬੀ ਹੈ ਨਹੀਂ ਸੀ ਘਰ, ਉਹਦਾ ਬੇਟਾ ਸੀ ਘਰ। ਅਤੇ ਮੈਂ ਕਿਹਾ ਵੀ ਭਾਬੀ ਕਿੱਥੇ ਆ? ਕਹਿੰਦੇ ਕਿਤੇ ਗਈ ਹੋਈ ਆ। ਅਤੇ ਬੇਟੇ ਨੂੰ ਕਿਹਾ, ਮੈਂ ਕਿਹਾ ਫਿਰ ਮੈਂ ਜਾ ਰਹੀ ਹਾਂ ਵਾਪਸ। ਕਹਿੰਦਾ ਨਹੀਂ ਬੈਂਸ ਸਾਹਿਬ ਦਾ ਫੋਨ ਆਇਆ ਸੀ, ਤੁਸੀਂ ਬੈਠੋ। ਜੇ ਮੈਂ ਬੈਠੀ ਤੇ 5 ਮਿੰਟ 'ਚ ਕੌਣ ਸੀਗਾ? ਬੇਟਾ ਸੀਗਾ ਉਹਨਾਂ ਦਾ ਉਦੋਂ ਘਰ, ਜਿਹੜੀ ਤੁਸੀਂ ਭਾਬੀ ਦੀ ਗੱਲ ਕਰ ਰਹੇ? ਜਸਵੀਰ ਕੌਰ ਭਾਬੀ ਦਾ ਬੇਟਾ ਸੀ। ਅਤੇ ਮੈਂ 5 ਮਿੰਟ ਬੈਠੀ, 5 ਮਿੰਟ 'ਚ ਸਿਮਰਜੀਤ ਸਿੰਘ ਬੈਂਸ ਆ ਗਿਆ ਅਤੇ ਉਹਦੇ ਬੇਟੇ ਨਾਲ ਕਿੱਸੇ ਵਗੈਰਾ ਕਰਨ ਲੱਗ ਗਿਆ। ਮੈਂ ਕਿਹਾ ਇਹ ਗਲਤ ਵਾ, ਮੈਂ ਤਾਂ ਜਾ ਰਹੀ ਹਾਂ। ਕਹਿੰਦੇ ਤੇਰੇ 'ਚ ਜ਼ਿਆਦਾ ਗੁੱਸਾ ਆਇਆ, ਫਿਰ ਉਹਨੂੰ ਬਾਹਰ ਕੱਢਤਾ ਇਹਨਾਂ ਨੇ। ਫਿਰ ਉਸ ਤੋਂ ਬਾਅਦ ਫਿਰ ਮੈਂ ਜਦੋਂ ਰਿਲੇਸ਼ਨ ਬਣਾਉਣ ਲੱਗਾ ਉਦੋਂ ਉਹਨੂੰ ਅੰਦਰ ਬੁਲਾਇਆ ਬੇਟੇ ਨੇ ਉਹਨਾਂ ਦੇ ਨੂੰ। ਫਿਰ ਮੈਂ ਰੋਣ ਲੱਗ ਗਈ, ਮੈਂ ਕਿਹਾ ਇਹਨੂੰ ਬਾਹਰ ਕੱਢੋ ਨਾ। ਫਿਰ ਇਹਨੇ ਬਾਹਰ ਕੱਢਿਆ। ਫਿਰ ਕਹਿੰਦਾ ਹੁਣ ਮੇਰੀ ਪੱਕੀ ਗਰੰਟੀ ਆ, ਜਾ ਕੇ ਪੂਰੀ ਪੇਮੈਂਟ ਲੈ ਲਈ ਉਹਦੇ ਕੋਲੋਂ। ਅਤੇ ਮੈਂ ਜਦ ਤੱਕ ਪੁਲਿਸ ਨੂੰ ਕੰਪਲੇਂਟ ਕਰੀ ਹੋਈ ਸੀ ਅਤੇ ਉਹ ਪੁਲਿਸ ਵਾਲਿਆਂ ਨੇ ਮੈਨੂੰ ਬੁਲਾ ਲਿਆ ਸੀਗਾ। ਕਹਿੰਦੇ ਮੈਡਮ ਜਸਕਰਨ ਤੇਜਾ ਸਰ ਨੇ ਬਸੰਤ ਚੌਂਕੀ ਦੇ, ਅਤੇ ਮੈਨੂੰ ਕਹਿੰਦੇ ਤੁਸੀਂ ਆ ਜਾਓ ਮੈਡਮ, ਤੁਸੀਂ ਕੰਪਲੇਂਟ ਕਰੀ ਸੀ? ਮੈਂ ਕਿਹਾ ਹਾਂਜੀ। ਜਦੋਂ ਮੈਂ ਗਈ ਤਾਂ ਇਹਨਾਂ ਨੇ ਡੀਲਰ ਨੂੰ ਵੀ ਬੁਲਾ ਲਿਆ ਅਤੇ ਡੀਲਰ ਨੂੰ ਕਹਿੰਦੇ ਦੱਸੋ ਕੀ ਗੱਲ ਹੈ? ਮੈਂ ਕਿਹਾ ਇੱਦਾਂ ਸਾਡਾ ਘਰ ਸੀਗਾ, ਇੱਦਾਂ ਜੋ ਵੀ ਸੀਗਾ ਹੈ ਨਾ ਦੱਸਦਾ। ਅਤੇ ਕਹਿੰਦੇ ਵੀ ਮੈਂ ਕਿਹਾ 2500 ਦੇ ਹਿਸਾਬ ਨਾਲ ਇਹਨਾਂ ਨੇ ਰੇਟ ਕਿਹਾ ਸੀ ਲੋਕਡਾਊਨ ਤੋਂ ਪਹਿਲਾਂ, ਅਤੇ ਹੁਣ ਕਹਿੰਦੇ ਲੋਕਡਾਊਨ ਤੋਂ ਪਹਿਲਾਂ ਦੀਆਂ ਗੱਲਾਂ ਨੇ। ਅਤੇ ਉਹਨੂੰ ਕਹਿੰਦੇ ਕਿ ਤੂੰ ਉਹਨੂੰ 2500 ਦੇ ਹਿਸਾਬ ਨਾਲ ਪੈਸੇ ਦੇ। ਕਹਿੰਦਾ ਨਹੀਂ ਸਾਡੀ ਬੈਂਸ ਸਾਹਿਬ ਨੇ ਸੈਟਲਮੈਂਟ ਕਰਾਤੀ, ਸਿਮਰਜੀਤ ਸਿੰਘ ਬੈਂਸ ਨੇ, ਅਤੇ ਸਾਡੀ 2000 'ਚ ਸੈਟਿੰਗ ਹੋ ਗਈ ਹੈ। ਮੈਂ ਕਿਹਾ ਸਰ ਉਹ ਮੇਰੀ ਮਜਬੂਰੀ ਸੀਗੀ, ਮੇਰੀ ਕੋਈ ਸੈਟਲਮੈਂਟ ਨਹੀਂ ਸੀ, ਮੇਰੀ ਮਜਬੂਰੀ ਸੀ। ਇਹਨਾਂ ਨੇ ਮਜਬੂਰੀ ਦਾ ਫਾਇਦਾ ਉਠਾਇਆ। ਕਹਿੰਦੇ ਵੀ ਇੱਦਾਂ ਕਰ ਵੀ 2500 ਦੇ ਹਿਸਾਬ ਨਾਲ ਦੇ, 3000 ਨਹੀਂ ਦੇਣਾ ਨਾ, 2500 3000 ਤਾਂ 2500 ਦੇ ਹਿਸਾਬ ਨਾਲ ਪੈਸੇ ਦੇ। ਪੁਲਿਸ ਅਧਿਕਾਰੀ ਸੀ, ਉਹਨਾਂ ਨੇ ਕਿਹਾ ਉਦੋਂ ਉਸੇ ਕਰਨ ਤੇਜਾ ਸਰ, ਹਾਂਜੀ। ਕਹਿੰਦਾ ਇਹ ਤਾਂ ਮੇਰੇ ਨਾਲ ਧੱਕਾ ਵਾ। ਮੈਨੂੰ ਕਹਿੰਦੇ ਬੇਟਾ ਤੂੰ ਬਾਹਰ ਬਹਿ ਜਾ 2 ਮਿੰਟ। ਮੈਂ ਜਦੋਂ ਬਾਹਰ ਗਈ ਤਾਂ ਅੰਦਰ ਆਈ, ਦੁਬਾਰਾ ਰੀਡਰ ਨੇ ਬੁਲਾਇਆ ਤਾਂ ਕਹਿੰਦੇ ਕਿ ਕੱਲ੍ਹ 60000 ਰੁਪਈਆ ਲੈ ਜੀ ਆ ਕੇ। ਫਿਰ ਮੈਨੂੰ ਪੁਲਿਸ ਨੇ 60000 ਰੁਪਈਆ ਦਵਾਤਾ। ਅਤੇ ਸਰ ਇਹ ਦੇਖੋ ਨਾ, ਮੇਰੇ ਪੈਸੇ ਮੈਨੂੰ ਜਲੀਲ ਕਰਕੇ ਦਿੱਤੇ, ਉਹ ਵੀ ਮੈਨੂੰ ਕਿੰਨੇ ਘੱਟ ਦਵਾ ਰਹੇ ਸੀ ਅਤੇ ਪੁਲਿਸ ਨੇ ਮੈਨੂੰ ਫਿਰ ਵੀ ਪੂਰੇ ਪੈਸੇ ਦਵਾਤੇ। ਇਹ ਮੈਨੂੰ 2000 ਦੇ ਹਿਸਾਬ ਨਾਲ ਦਵਾਉਂਦੇ ਸੀ, ਪੁਲਿਸ ਨੇ 2500 ਦੇ ਹਿਸਾਬ ਨਾਲ ਦਵਾਤੀ। ਅਤੇ ਫਿਰ ਮੇਰੇ ਪੈਸੇ ਮੈਨੂੰ ਦੇਣ ਲਈ ਇਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਸੀ ਦੱਸੋ? ਸਿਮਰਜੀਤ ਸਿੰਘ ਬੈਂਸ ਨੂੰ ਤੁਸੀਂ ਜਿਸ ਤਰੀਕੇ ਦੇ ਇਲਜ਼ਾਮ ਲਾਏ ਨੇ, ਕਿੰਨੀ ਵਾਰ ਤੁਹਾਨੂੰ ਉਹਨਾਂ ਨੇ ਬੁਲਾਇਆ ਉੱਥੇ ਆਪਣੇ ਕੋਲ? ਕਿੰਨੀ ਵਾਰ ਉਹਨਾਂ ਨੇ ਗਲਤ ਤੁਸੀਂ ਜਿਸ ਤਰੀਕੇ ਨਾਲ ਰਿਲੇਸ਼ਨ ਕਹਿੰਦੇ ਹੋ ਬਣਾਏ? ਸਰ 10-12 ਵਾਰੀ ਇਹਨਾਂ ਨੇ ਮੈਨੂੰ ਬੁਲਾਇਆ। ਕਈ ਵਾਰੀ ਮੈਂ ਵਾਪਸ ਵੀ ਆਉਂਦੀ ਰਹੀ ਹਾਂ ਇਹਨਾਂ ਕੋਲੋਂ। ਕਈ ਵਾਰੀ ਮੈਂ ਇਹਨਾਂ ਦੇ ਬ੍ਰਦਰ ਨੂੰ ਵੀ ਫੋਨ ਕੀਤਾ। ਮੈਂ ਕਿਹਾ ਵੀ ਇੱਦਾਂ ਮੈਨੂੰ ਯੂਜ਼ ਕਰੀ ਜਾ ਰਿਹਾ ਅਤੇ ਮੇਰੀ ਗੱਲ ਵੀ ਨਹੀਂ ਸੁਣਦਾ ਪਿਆ ਕੋਈ। ਰੋ ਕੇ ਮੈਂ ਇਹਨੂੰ ਕਿਹਾ, ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮੇਰੇ ਕੋਲ ਆ ਜਾਓ, ਮੈਂ ਤੁਹਾਡਾ ਪਲਾਟ ਵਿਕਾ ਦਿੰਦਾ। ਅਤੇ ਮੈਂ ਕਿਹਾ ਕੋਈ ਗੱਲ ਨਹੀਂ। ਜਦ ਤੱਕ ਪੁਲਿਸ ਨੇ ਮੈਨੂੰ ਦਵਾਈ ਦਿੱਤੇ ਸੀ ਪੈਸੇ, ਫਿਰ ਉਹ ਕਰਨ ਲੱਗ ਗਿਆ ਫੋਨ, ਕਹਿੰਦਾ ਮੇਰੇ ਕੋਲ ਆਫਿਸ ਆਓ। ਡੇਲੀ ਦੀਆਂ ਕਿੰਨੀਆਂ ਕਾਲ, ਵੀਡੀਓ ਮਿਸਡ ਕਾਲ, ਰਿਕਾਰਡਿੰਗ, ਦੂਸਰੀਆਂ ਕਾਲਸ ਅਤੇ ਮੈਸੇਜਿਸ ਵੀ ਮੈਂ ਪੁਲਿਸ ਨੂੰ ਦੇ ਹੀ ਦਿੱਤੇ ਇਹਦੇ ਸਾਰੇ। ਅੱਛਾ, ਇੱਕ ਸਵਾਲ ਹੋਰ ਲੋਕਾਂ ਦਾ ਸਵਾਲ ਹੈ, ਲੋਕ ਇਹ ਬਾਰ-ਬਾਰ ਸਵਾਲ ਕਰਦੇ ਨੇ, ਕਹਿੰਦੇ ਜੇ ਬਲਾਤਕਾਰ ਦੀ ਗੱਲ ਕਰੀਏ ਜਾਂ ਆਪਾਂ ਜਬਰ ਜਨਾਹ ਦੀ ਗੱਲ ਕਰੀਏ ਤਾਂ ਉਹ ਇੱਕ ਵਾਰੀ ਬੰਦੇ ਨਾਲ ਹੋ ਸਕਦਾ। ਮੈਂ ਜਾਣਨਾ ਚਾਹੂੰਗਾ, ਜਦੋਂ ਤੁਸੀਂ ਦੱਸਿਆ ਤੁਹਾਡੇ ਮੁਤਾਬਕ ਤੁਸੀਂ ਸਿਮਰਜੀਤ ਸਿੰਘ ਬੈਂਸ ਨੂੰ ਤੁਹਾਨੂੰ ਬੁਲਾਇਆ, ਤੁਸੀਂ ਕਿਹਾ ਮੇਰੇ ਨਾਲ ਉਸ ਕਮਰੇ ਦੇ ਵਿੱਚ ਰਿਲੇਸ਼ਨ ਬਣਾਏ, ਤੁਸੀਂ ਕੋਈ ਵਿਰੋਧ ਕੀਤਾ ਉਹਦਾ? ਸਰ ਮੈਂ ਰੋਂਦੀ ਹੁੰਦੀ ਸੀ, ਇਹਨੂੰ ਕਹਿੰਦੀ ਹੁੰਦੀ ਸੀ ਕਿ ਮੇਰਾ ਕੰਮ ਕਰ ਦਿਓ ਤੁਸੀਂ, ਹੈ ਨਾ। ਅਤੇ ਪਰ ਇਹਨੂੰ ਆਪਣਾ ਹੀ ਪਿਆਰ ਰਹਿੰਦਾ ਸੀ, ਕਿਉਂਕਿ ਲੋਕਡਾਊਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੱਡੇ ਵਪਾਰੀ ਹਿੱਲ ਗਏ, ਜੋਬ ਸਾਡੀ ਛੁੱਟ ਗਈ ਸੀਗੀ ਅਤੇ ਮੈਨੂੰ ਲੱਗਦਾ ਸੀ ਕਿ ਮੇਰਾ ਪਲਾਟ ਹੀ ਇਹਨਾਂ ਨੇ ਦੱਬ ਲੈਣਾ ਆ। ਤਾਂ ਮੈਂ ਮਜਬੂਰ ਸੀਗੀ ਇਹਨਾਂ ਕੋਲ, ਕਿਉਂਕਿ ਮੇਰੇ ਡੀਲਰ ਕੋਲ ਜਾਂਦੀ ਸੀ, ਉਹ ਤਾਂ ਸਾਫ਼ ਨਾ ਕਰ ਦਿੰਦਾ ਸੀ ਮੇਰੇ ਕੋਲ ਕੁਛ ਵੀ ਨਹੀਂ ਹੈਗਾ, ਕੁਛ ਨਹੀਂ ਮਿਲਣਾ ਤੁਹਾਨੂੰ। ਅਤੇ ਇਹਨਾਂ ਦੇ ਥਰੂ ਮਿਲਦਾ ਸੀ। ਇਹਦਾ ਮਤਲਬ ਕਿ ਇਹਨਾਂ ਦੀ ਸੈਟਲਮੈਂਟ ਸੀ ਆਪਸ ਦੇ ਵਿੱਚ। ਜਦੋਂ ਇੱਧਰੋਂ ਮੈਂ ਹੋ ਕੇ ਜਾਂਦੀ ਸੀ ਤਾਂ ਮੈਨੂੰ ਡੀਲਰ ਪੈਸੇ ਦੇ ਦਿੰਦਾ ਸੀ। ਫਿਰ ਕਿੱਦਾਂ ਦੇ ਦਿੰਦਾ ਸੀ? ਜਦ ਕਿ ਇਹਨੂੰ ਮੈਂ ਜਦੋਂ ਪਾਵਰ ਆਫ ਅਟਰਨੀ ਦਿੱਤੀ ਆ, ਉਹ ਤੋਂ 1 ਮਹੀਨੇ ਬਾਅਦ ਇਹਨੇ 18.5 ਲੱਖ ਦਾ ਸਾਡਾ ਘਰ ਵੇਚ ਲਿਆ। ਫਿਰ ਇਹਨੂੰ ਕੀ ਪ੍ਰੋਬਲਮ ਸੀਗੀ ਮੈਨੂੰ ਦੇਣ ਲਈ 5.5 ਲੱਖ ਰੁਪਈਆ? ਅਤੇ ਉਹਨੇ ਜਦੋਂ ਮੈਂ ਇਹਨਾਂ ਕੋਲ ਜਾਂਦੀ ਸੀ ਉਦੋਂ ਪੈਸੇ ਮਿਲਦੇ ਸੀ। ਇਹਨੇ ਮੈਨੂੰ ਉਦੋਂ ਕਿਉਂ ਨਹੀਂ ਦਿੱਤੇ? ਪਹਿਲਾਂ ਮੈਨੂੰ ਇਹ ਜਵਾਬ ਦੇਵੇ। ਸਾਰੇ ਜਣੇ ਇਹਨੂੰ ਇਹ ਪੁੱਛਣ ਕਿ ਜਦ ਤੂੰ ਪੈਸੇ ਕਮਾ ਚੁੱਕਿਆ ਸੀ ਅਤੇ ਮੈਨੂੰ ਦੇਣ 'ਚ ਕੀ ਪ੍ਰੋਬਲਮ ਆ ਰਹੀ ਸੀ? ਸਾਫ਼ ਨਾ ਕਰਦਾ ਸੀ ਕਿ ਹਜੇ ਤਾਂ ਭੁੱਲ ਜਾਓ ਕਿ ਸਾਲ ਤੱਕ ਵਿਕੂਗਾ, 2 ਸਾਲ ਤੱਕ ਵਿਕੂਗਾ, ਤੁਹਾਨੂੰ ਪੈਸੇ ਨਹੀਂ ਮਿਲਣੇ। ਅਤੇ ਜਦੋਂ ਇਹ ਕਹਿੰਦੇ ਸੀ ਉਦੋਂ ਦੇ ਦਿੰਦਾ ਸੀ। ਫਿਰ ਤੁਸੀਂ ਆਪੇ ਦੇਖ ਲਓ ਕਿ ਇਹਨਾਂ ਦੀ ਕੀ ਸੈਟਲਮੈਂਟ ਸੀਗੀ। ਪਰ ਉਹ ਸਵਾਲ ਉਹੀ ਹੈ ਜੀ, ਇੱਕ ਵਾਰ ਕੋਈ ਬੰਦਾ ਤੁਹਾਡੇ ਨਾਲ ਜ਼ਬਰਦਸਤੀ ਕਰ ਸਕਦਾ ਹੈ, ਦੂਸਰੀ ਵਾਰ ਚਲੋ ਮੰਨ ਲਿਆ ਤੁਸੀਂ ਚਲੇ ਗਏ, ਦੂਸਰੀ ਵਾਰ ਜ਼ਬਰਦਸਤੀ ਕਰ ਸਕਦਾ ਹੈ। ਕੋਈ 10 ਵਾਰ 12 ਵਾਰ ਕਿੱਦਾਂ ਕੋਈ ਜ਼ਬਰਦਸਤੀ ਕਰ ਸਕਦਾ? ਯਾਰ ਮੇਰੇ ਕੋਲ ਇਨਕਮ ਸੋਰਸ ਨਹੀਂ ਕੋਈ ਵੀ, ਮੇਰਾ ਪਲਾਟ ਹੀ ਦੱਬਦੇ ਪਏ ਸੀ, ਮੇਰੇ ਕੋਲ ਪੈਸੇ ਦੀ ਲੋੜ ਸੀ, ਮੈਨੂੰ ਬਹੁਤ ਲੋੜ ਸੀ। ਪੈਸਿਆਂ ਦੀ ਲੋੜ ਸੀਗੀ ਤਾਂ ਫਿਰ ਤੁਹਾਨੂੰ ਲੱਗਦਾ ਤੁਸੀਂ ਉਦੋਂ ਉਹ ਤਾਂ ਫਿਰ ਸੌਦੇਬਾਜ਼ੀ ਹੋ ਗਈ? ਸਰ ਸੌਦੇਬਾਜ਼ੀ ਕਿਉਂ? ਮੇਰੀ ਚੀਜ਼ ਸੀਗੀ, ਕਿਉਂ ਮੈਨੂੰ ਇਹ ਫ੍ਰੀ ਦੇ ਪੈਸੇ ਦੇਣੇ ਸੀ ਕਿ ਮੈਂ ਭੀਖ ਮੰਗਦੀ ਸੀ ਇਹਦੇ ਕੋਲੋਂ? ਮੇਰੀ ਚੀਜ਼ ਸੀਗੀ, ਇਹ ਮੇਰੀ ਚੀਜ਼ ਦੱਬਣ ਨੂੰ ਫਿਰਦੇ ਸੀਗੇ। ਮੇਰੇ ਬੱਚੇ ਛੋਟੇ ਨੇ, ਉਹ ਅਜੇ ਕੁਛ ਕਰਦੇ ਨਹੀਂ ਖਾਸ। ਅਤੇ ਮੈਂ ਹੁਣ ਤੁਸੀਂ ਦੱਸੋ ਕਿ ਘਰ ਦੀ ਰੋਟੀ ਕਿੱਥੋਂ ਚਲਾਉਣੀ? ਮੇਰੀ ਰੋਟੀ ਕੋਈ ਚਲਾਊਗਾ ਆ ਕੇ ਦੱਸੋ? ਮੈਂ ਤਾਂ ਭੀਖ ਤਾਂ ਨਹੀਂ ਸੀ ਮੰਗਦੀ ਸੀ ਸਰ, ਮੇਰੇ ਪੈਸੇ ਸੀ, ਉਹ ਮੇਰੇ ਪੈਸੇ ਦੇਣ ਲਈ ਇਹਨੇ ਮੇਰੇ ਨਾਲ ਇੱਦਾਂ ਕੀਤਾ। 14 ਸਾਲ ਜਿਹੜੀ ਕੁੜੀ ਤੋਂ ਰੱਖੜੀ ਬਣਾਈ ਉਹਨੇ ਇਹਦੇ ਨਾਲ ਵੀ ਇੱਦਾਂ ਹੀ ਕੀਤਾ ਵਾ। ਉਹ ਨਹੀਂ ਬੋਲਦੀ ਤਾਂ ਉਹ ਡਰਦੀਆਂ ਨੇ ਇਹਦੇ ਕੋਲੋਂ,
ਇਹ ਹੈ ਹੀ ਇਦਾਂ ਦਾ ਆ, ਸਭ ਨਾਲ ਇੱਦਾਂ ਕਰਦਾ। ਜੇ ਲੋਕੀ ਨਹੀਂ ਇਹਦੇ ਖਿਲਾਫ ਬੋਲਣਗੇ, ਦੇਖੋ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਹੋਣਾ ਕੀ ਆ, ਨੋਹਾਂ ਧੀਆਂ ਕੁਛ ਨਹੀਂ, ਸਭ ਤੇ ਅੱਖ ਰੱਖਦਾ ਹੈ। ਇਹਦੀ ਕੰਮ ਹੀ ਇਹੀ ਹੈ ਸਰ, ਕਿਸੇ ਦੀ ਜੇ ਹੈਲਪ ਕਰਦਾ ਤੇ ਹੈਲਪ ਦੇ ਬਦਲੇ ਆਹ ਕੰਮ ਕਰਦਾ ਹੈ। ਮੈਂ ਤਾਂ ਭੀਖ ਨਹੀਂ ਸੀ ਮੰਗੀ, ਮੇਰੇ ਪੈਸੇ ਸੀਗੇ। ਜੇ ਲੋਕ ਉਦੋਂ ਗੱਲ ਇੱਜ਼ਤ ਤੇ ਸੀਗੀ, ਤੁਹਾਡੀ ਇੱਜ਼ਤ ਤੇ ਆ ਗਈ ਸੀਗੀ, ਬੱਚੇ ਵੀ ਸੀਗੇ, ਪਰਿਵਾਰ ਸੀਗਾ ਤੁਹਾਡਾ ਆਪਣਾ, ਹਨਾ। ਲੱਗਾ ਨਹੀਂ ਇੱਕ ਵਾਰ ਵੀ ਤੁਹਾਨੂੰ ਵੀ ਮੇਰੀ ਇੱਜ਼ਤ ਦੇ ਨਾਲ ਖੇਡ ਰਿਹਾ, ਮੈਂ ਉਦੋਂ ਕੋਈ ਸ਼ਿਕਾਇਤ ਕਰਾਂ? ਅੱਜ ਵੀ ਆਪਾਂ ਸਾਰਾ ਕੁਝ ਕਰ ਰਹੇ ਹਾਂ, ਅੱਜ ਵੀ ਹਿੰਮਤ ਜੁਟਾਈ ਹੈ, ਉਦੋਂ ਲੱਗਿਆ ਨਹੀਂ ਤੁਹਾਨੂੰ ਮੇਰੀ ਇੱਜ਼ਤ ਦੀ ਤਾਰ ਹੋ ਰਹੀ ਹੈ ਜੇ ਤੁਹਾਡੇ ਨਾਲ ਇਦਾਂ ਹੋ ਰਿਹਾ ਸੀ ਵਾਕਈ? ਤਾਂ ਸਰ ਉਦੋਂ ਮੇਰੀ ਮਜਬੂਰੀ ਸੀਗੀ, ਮੈਂ ਘਰ ਵੀ ਚਲਾਉਣਾ ਸੀ ਆਪਣਾ, ਲੋਕਡਾਊਨ 'ਚ ਜੌਬ ਛੁੱਟ ਗਈ ਸੀ, ਮੇਰਾ ਪਲਾਟ ਦੱਬਦੇ ਪਏ ਸੀ, ਇਹ ਕੁਝ ਵੀ ਨਹੀਂ ਸੀ ਦੇ ਰਹੇ ਮੈਨੂੰ, ਇਹ ਵੀ ਤਾਂ ਦੇਖੋ ਨਾ। ਤੇ ਉਸ ਤੋਂ ਬਾਅਦ ਹੁਣ ਜਦੋਂ ਇਹਦਾ ਭਰਾ ਤੰਗ ਕਰਨ ਲੱਗ ਗਿਆ, ਫਿਰ ਤਾਂ ਇਹਨੇ ਮੇਰਾ ਜੀਣਾ ਹਰਾਮ ਹੀ ਕਰਤਾ। ਇਹਦਾ ਭਰਾ ਵੀ ਦਿੱਲੀ ਦੀਆਂ, ਤੁਸੀਂ ਦੇਖੋ 15 ਤਰੀਕ ਨੂੰ ਕਿੰਨੀਆਂ ਮਿਸ ਕਾਲਾਂ ਆਈਆਂ ਇਹਦੀਆਂ, ਤੇ 16 ਨੂੰ ਮੈਂ ਸੀਪੀ ਸਰ ਕੋਲ ਗਈ ਹਾਂ। ਦਿੱਲੀ 15 ਤਰੀਕ ਤੱਕ ਤੁਸੀਂ ਦੇਖ ਲਓ, ਰੋਜ਼ ਦੀਆਂ ਮਿਸ ਕਾਲਾਂ ਇਹਦੇ ਭਰਾ ਦੀਆਂ, ਇੱਥੇ ਆਓ ਉੱਥੇ ਆਓ, ਮੈਂ ਕੈਬ ਭੇਜ ਦਿੰਦਾ, ਮੈਂ ਫਲਾਣੇ ਨੂੰ ਭੇਜ ਦਿੰਦਾ। ਇੱਦਾਂ ਥੋੜੀ ਨਾ ਇੱਕ ਨੇ ਕਰ ਲਿਆ ਤੇ ਦੂਜਾ ਵੀ ਉਹੀ ਕੁਛ ਕਰੂਗਾ। ਖੁਦ ਦੇਖੋ, ਤੁਹਾਨੂੰ ਲੱਗ ਰਿਹਾ ਵੀ ਦੂਸਰਾ ਬ੍ਰਦਰ ਵੀ ਜਿਹੜੇ ਉਹਨਾਂ ਦੇ ਬਲਵਿੰਦਰ ਸਿੰਘ ਬੈਂਸ ਨੇ ਜਿਹੜੇ, ਤਾਂ ਨਹੀਂ ਕਰਮਜੀਤ ਸਿੰਘ ਬੈਂਸ, ਮਾਫ ਕਰਨਾ, ਕਰਮਜੀਤ ਸਿੰਘ, ਹਾਂਜੀ, ਉਹਦੇ ਮੈਸੇਜ ਤੇ ਕਾਲਸ ਮੈਂ ਸਾਰੀ ਡਿਟੇਲ ਦਿੱਤੀ ਹੋਈ ਹੈ ਪੁਲਿਸ ਨੂੰ। ਅੱਛਾ, ਜਿਹੜੇ ਇਹਨਾਂ ਦੇ ਦੂਸਰੇ ਬ੍ਰਦਰ ਵਿਧਾਇਕ ਨੇ ਜਿਹੜੇ, ਉਹਨਾਂ ਨਾਲ ਤੁਸੀਂ ਕਦੀ, ਜਦੋਂ ਤੁਹਾਡੇ ਨਾਲ ਇਦਾਂ ਤੁਸੀਂ ਕਹਿ ਰਹੇ ਹੋ ਜਿੱਦਾਂ ਦੇ ਇਲਜ਼ਾਮ ਨੇ ਤੁਹਾਡੇ, ਇਹਨਾਂ ਇਲਜ਼ਾਮਾਂ ਸੰਬੰਧੀ ਕਦੀ ਉਹਨਾਂ ਨਾਲ ਜ਼ਿਕਰ ਕੀਤਾ ਸੀਗਾ ਕਦੀ? ਸਰ ਮੈਂ ਉਹਨਾਂ ਕੋਲ 2 ਵਾਰੀ ਗਈ ਹਾਂ, ਕਿਉਂਕਿ ਮੈਂ ਤਾਂ ਦੁਖੀ ਸੀਗੀ, ਇਹ ਤੋਂ ਵੀ ਤੇ ਡੀਲਰ ਤੋਂ ਵੀ 2 ਵਾਰੀ ਗਈ ਹਾਂ। ਮੈਂ ਕਿਹਾ ਭਾਜੀ ਮੇਰੀ ਗੱਲ ਨਹੀਂ ਸੁਣਦੇ ਪਏ, ਨਾ ਡੀਲਰ ਸੁਣਦਾ, ਨਾ ਸਿਮਰਜੀਤ ਭਾਜੀ ਸੁਣਦੇ ਪਏ ਆ। ਕਹਿੰਦੇ ਦੇਖ ਡਾਕਟਰ ਤੇ ਵਕੀਲ ਨਹੀਂ ਚੇਂਜ ਕਰੀ ਦਿੰਦਾ, ਤੇਰਾ ਕੇਸ ਉਹ ਦੇਖਦਾ, ਤੇਰੇ ਨੂੰ ਉਹਦੇ ਕੋਲ ਹੀ ਜਾਣਾ ਪੈਣਾ, ਜੇ ਨਹੀਂ ਕੁਝ ਹੋਊਗਾ ਫਿਰ ਮੈਨੂੰ ਦੱਸ ਦੀ। 2 ਵਾਰੀ ਮੈਂ ਜਾ ਚੁੱਕੀ, ਦੋਨੋਂ ਵਾਰੀ ਉਹਨਾਂ ਦਾ ਇਹੀ ਜਵਾਬ ਸੀ। ਮਤਲਬ ਤੁਸੀਂ ਉਹਨਾਂ ਨਾਲ ਵੀ ਉਦੋਂ ਜ਼ਿਕਰ ਕੀਤਾ ਸੀਗਾ, ਹਨਾ, ਵੀ ਮੇਰੇ ਨਾਲ ਇਦਾਂ ਸਾਰਾ ਕੁਝ ਹੋ ਰਿਹਾ? ਹਾਂਜੀ ਹਾਂਜੀ ਸਰ, ਹੋਰ ਵੀ ਬਹੁਤ ਕੁੜੀਆਂ ਨੇ, ਬਹੁਤ ਨੇ, ਜੇ ਸਿਰਫ ਡਰਦੀਆਂ ਪਈਆਂ ਨੇ, ਸਿਰਫ ਉਹਨਾਂ 'ਚ ਹਿੰਮਤ ਨਹੀਂ ਕਰਦੀਆਂ ਪਈਆਂ, ਦੱਸਣਗੀਆਂ, ਉਹ ਬੋਲਣਗੀਆਂ ਉਹ ਵੀ ਇੱਕ ਦਿਨ, ਜਦੋਂ ਇਹਨੂੰ ਪੁਲਿਸ ਕਾਰਵਾਈ ਤਾਂ ਕਰੇ ਆਪਣੀ ਇਹਦੇ ਤੇ। ਜਦ ਮੈਂ ਸਾਰੇ ਪ੍ਰੂਫ ਦੇਤੇ ਆ, ਹੁਣ ਪੁਲਿਸ ਨੂੰ ਹੋਰ ਕੀ ਚਾਹੀਦਾ, ਜਲਦੀ ਕਾਰਵਾਈ ਕਰਨੀ ਚਾਹੀਦੀ ਇਹਦੇ ਤੇ। ਮੇਰੇ ਤੇ ਦਬਾਅ ਬਣਾ ਰਿਹਾ, ਜੇ ਮੈਨੂੰ ਕੱਲ੍ਹ ਨੂੰ ਕੁਛ ਹੁੰਦਾ ਤਾਂ ਪੁਲਿਸ ਫਿਰ ਸਿਮਰਜੀਤ ਸਿੰਘ ਬੈਂਸ ਤੇ ਦੀ ਫੈਮਿਲੀ ਪੂਰੀ ਜ਼ਿੰਮੇਵਾਰ ਹੋਊਗੀ। ਮੇਰੇ ਬੱਚਿਆਂ ਦਾ ਲਾਸ ਹੁੰਦਾ ਕੋਈ, ਜਾਂ ਮੇਰਾ ਲਾਸ ਹੁੰਦਾ ਹੈ। ਜਿਵੇਂ ਤੁਸੀਂ ਕਹਿ ਰਹੇ, ਹੋਰ ਵੀ ਬਹੁਤ ਸਾਰੀਆਂ ਕੁੜੀਆਂ ਨੇ ਜਿਨ੍ਹਾਂ ਦੇ ਇਦਾਂ ਦੇ ਇਲਜ਼ਾਮ ਨੇ, ਤੁਸੀਂ ਤੁਹਾਡੇ ਮੁਤਾਬਕ ਤੁਸੀਂ ਇਹ ਗੱਲ ਕਹਿ ਰਹੇ ਹੋ, ਤੁਹਾਡਾ ਸੰਪਰਕ ਹੋਇਆ ਕਿਸੇ ਨਾਲ ਕੋਈ? ਜੇ ਇਸ ਪੂਰੇ ਜੋ ਇਹ ਸੀਨ ਸਿਨੈਰੀਓ ਬਣਿਆ, ਉਸ ਤੋਂ ਬਾਅਦ ਤੁਹਾਡੇ ਨਾਲ ਕਿਸੇ ਨੇ ਰਾਬਤਾ ਕੀਤਾ? ਇਸ ਤੋਂ ਪਹਿਲਾਂ ਹਾਂਜੀ ਸਰ, ਮੇਰੇ ਨਾਲ ਗੱਲਬਾਤ ਹੁੰਦੀ ਹੈ ਕੁੜੀਆਂ ਦੀ, ਮੈਨੂੰ ਪਤਾ ਉਹਨਾਂ ਦਾ ਸਭ ਦਾ, ਪਰ ਮੈਂ ਕਿਉਂ ਕਹਾਂ ਜਦ ਅਗਲੀਆਂ ਆਪ ਨਹੀਂ ਹਿੰਮਤ ਕਰਦੀਆਂ, ਅਸੀਂ ਕਿਸੇ ਨੂੰ ਕਿਉਂ ਕਹਿ ਸਕਦੇ ਹਾਂ? ਕੁਛ ਨਹੀਂ ਕਹਿ ਸਕਦੇ ਉਹਦੇ ਬਾਰੇ। ਤਾਂ ਕੀ ਲੱਗ ਰਿਹਾ ਤੁਹਾਨੂੰ, ਇਨਸਾਫ ਮਿਲੇਗਾ? ਕਿਉਂਕਿ ਹੁਣ ਤੱਕ ਕਾਫੀ ਦਿਨ ਹੋ ਗਏ, ਤੁਸੀਂ ਪ੍ਰੋਟੈਸਟ ਵੀ ਕੀਤਾ ਹੈ, ਸੀਪੀ ਆਫਿਸ ਦੇ ਸਾਹਮਣੇ ਵੀ ਧਰਨਾ ਦਿੱਤਾ ਇੱਕ ਦਿਨ, ਤਾਂ ਕਿੱਥੇ ਤੱਕ ਪਹੁੰਚੀ ਹੈ ਕਾਰਵਾਈ? ਸਰ ਕਾਰਵਾਈ ਪੁਲਿਸ ਕਰਦੀ ਪਈ ਹੈ, ਇਹਨਾਂ ਦੇ ਬਿਆਨ ਤਾਂ ਹੋ ਗਏ ਆ, ਪੁਲਿਸ ਆਪਣੀ ਕਾਰਵਾਈ ਕਰਦੀ ਪਈ। ਪਹਿਲਾਂ ਵੀ ਪੁਲਿਸ ਨੇ ਵਧੀਆ ਕਾਰਵਾਈ ਕਰੀ ਆ, ਹੁਣ ਵੀ ਕਰੂਗੀ, ਇਹਦੇ ਖਿਲਾਫ ਕਾਰਵਾਈ ਹੋਊਗੀ, ਕਿਉਂਕਿ ਸਾਰੇ ਐਵੀਡੈਂਸ ਪ੍ਰੂਫ ਮੈਂ ਪੁਲਿਸ ਨੇ ਦਿੱਤੇ ਹੋਏ ਆ, ਸਭ ਕੁਝ ਕਰੂਗੀ ਪੁਲਿਸ। ਔਰ ਲੋਕੀ ਮੇਰੇ ਲਈ ਜਿਹੜੇ ਲੋਕ ਕਰਦੇ ਪਏ ਆ, ਪ੍ਰੋਟੈਸਟ ਕਰਦੇ ਪਏ ਨੇ, ਅਕਾਲੀ ਦਲ ਹੋ ਗਏ, ਲੇਡੀਜ਼ ਹੋ ਗਈਆਂ ਜਿਹੜੀਆਂ ਬਾਹਰ, ਕਿੰਨੇ ਸ਼ਿਵ ਸੈਨਾ ਵਾਲੇ ਹੋ ਗਏ, ਜਿਹੜੇ ਵੀ ਲੋਕ ਮੇਰੇ ਲਈ ਪ੍ਰੋਟੈਸਟ ਕਰਦੇ ਪਏ ਆ, ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ। ਉਹਨਾਂ ਤਾਂ ਦੁੱਖ ਸਮਝਦੇ ਆ ਨਾ ਮੇਰਾ। ਹੁਣ ਲੋਕਾਂ ਨੂੰ ਜਿਹੜੇ ਕਹਿੰਦੇ ਕਿ ਇੱਦਾਂ ਦਾ ਨਹੀਂ ਹੈਗਾ, ਉਹਨਾਂ ਨੂੰ ਬਰੀਕੀ ਨਾਲ ਦੇਖਣਾ ਚਾਹੀਦਾ ਕਿ ਕੋਈ ਤਾਂ ਗੱਲ ਹੈਗੀ ਆ, ਕੋਈ ਐਵੇਂ ਨਹੀਂ ਕੋਈ ਕਿਸੇ 'ਤੇ ਇਲਜ਼ਾਮ ਲਾਉਂਦਾ। ਅੱਛਾ, ਇੱਕ ਗੱਲ ਦੱਸਿਓ, ਤੁਸੀਂ ਦੱਸਿਆ ਵੀ ਮੇਰੇ ਜਿਹੜਾ ਪੇਕੇ ਘਰ ਹੈ ਉਹ ਬਿਲਕੁਲ ਉਹਨਾਂ ਦੇ ਗੁਆਂਢ ਦੇ ਵਿੱਚ ਹੈ, ਜਿੱਥੇ ਬੈਂਸ ਉਹਨਾਂ ਦਾ ਘਰ ਹੈ, ਸਿਮਰਜੀਤ ਸਿੰਘ ਬੈਂਸ ਦਾ। ਕਦੇ ਜਦੋਂ ਤੁਸੀਂ ਅਨਮੈਰਿਡ ਸੀਗੇ, ਜਾਂ ਉਹ ਵੀ ਆਪਣੇ ਸਮੇਂ ਦੇ ਵਿੱਚ ਜਵਾਨੀ ਦਾ ਟਾਈਮ ਹੋਊਗਾ, ਜੋ ਉਮਰ ਘੱਟ ਹੋਊਗੀ, ਕਦੀ ਉਦੋਂ ਤੁਹਾਡਾ ਕਦੀ ਮੇਲ ਮਿਲਾਪ, ਬੋਲ ਚਾਲ ਕਦੀ ਬੈਂਸ ਦੇ ਨਾਲ ਹੋਇਆ ਕਦੀ? ਨਹੀਂ ਸਰ, ਮੈਂ ਤਾਂ ਸਤਿ ਸ਼੍ਰੀ ਅਕਾਲ ਵੀਰ ਜੀ ਤੋਂ ਇਲਾਵਾ ਇਹਨਾਂ ਕਦੇ ਕੋਈ ਗੱਲ ਨਹੀਂ ਕਰੀ, ਕਿਉਂਕਿ ਸਾਡੇ ਘਰ ਦੇ ਅੰਦਰ ਕਿਸੇ ਦੀ ਐਂਟਰੀ ਨਹੀਂ ਹੈਗੀ। ਬਾਹਰੋਂ ਬਾਹਰ ਮੇਰੇ ਬ੍ਰਦਰ ਮਿਲਦੇ ਸੀ ਇਹਨੂੰ, ਜਿਹਨੇ ਇਹ ਤੋਂ ਰੱਖੜੀ ਬਣਾਈ ਸੀ, ਜਿੱਤੋਂ ਇਹਨੇ ਰੱਖੜੀ ਬਣਾਈ, ਉਹਦੇ ਘਰ ਆਉਂਦਾ ਜਾਂਦਾ ਸੀ, ਉਹਦੇ ਨਾਲ ਵੀ ਇਹਨੇ ਬਹੁਤ ਬੁਰਾ ਹਾਲ ਕੀਤਾ, ਉਹਦੇ ਨਾਲ ਵੀ ਆਹੀ ਕੁਛ ਕੀਤਾ ਇਹਨੇ। ਤੁਹਾਡੇ ਘਰ ਆਉਂਦੇ ਜਾਂਦੇ ਸੀ ਜਦੋਂ ਤੁਸੀਂ ਕੁਆਰੇ ਸੀਗੇ ਜਾਂ? ਸਾਡੇ ਘਰ ਐਂਟਰੀ ਵੀ ਨਹੀਂ, ਮੇਰੇ ਡੈਡੀ ਬਹੁਤ ਗੁੱਸੇ ਵਾਲੇ, ਸਾਡੇ ਘਰ ਦੇ ਅੰਦਰ ਕਿਸੇ ਦੀ ਐਂਟਰੀ ਨਹੀਂ, ਬਾਹਰੋਂ ਬਾਹਰ ਮੇਰੇ ਬ੍ਰਦਰ ਨੂੰ ਮਿਲਦਾ ਸੀ, ਕਦੇ ਨਹੀਂ ਆਇਆ ਸਾਡੇ ਘਰ, ਕਦੇ ਨਹੀਂ ਆਪਾਂ ਕਦੇ ਸੰਪਰਕ 'ਚ ਆਏ। ਪੜ੍ਹਦੇ ਤਾਂ ਨਹੀਂ ਇਕੱਠੇ ਸੀਗੇ ਕਦੇ, ਕਿਸੇ ਕਾਲਜ ਸਕੂਲ ਦੇ ਵਿੱਚ ਇਕੱਠੇ ਪੜ੍ਹੇ ਹੋ? ਸਕੂਲ 'ਚ ਇਕੱਠੇ ਪੜ੍ਹੇ ਹਾਂ ਸਰ, ਇਹ ਮੇਰਾ ਸੀਨੀਅਰ ਸੀਗਾ, ਮੈਂ 5th ਵਿੱਚ ਸੀ ਤੇ ਇਹ ਸੀਗਾ 10th ਵਿੱਚ। ਹਾਂਜੀ। ਕਦੀ ਉਦੋਂ ਵੀ ਨਹੀਂ ਤੁਹਾਡਾ ਉਹਨਾਂ ਨਾਲ ਰਾਬਤਾ, ਮੇਨ ਜਦੋਂ ਆਮਣੋ ਸਾਹਮਣੇ ਕਦੀ ਨਹੀਂ? ਤੁਸੀਂ ਜਾਣਦੇ ਤਾਂ ਸੀ ਇੱਕ ਦੂਜੇ ਨੂੰ, ਪਰ ਇੱਦਾਂ ਦੀ ਕੋਈ ਗੱਲ ਨਹੀਂ ਸੀ, ਕਦੇ ਵੀ ਕੋਈ ਗੱਲਬਾਤ ਨਹੀਂ। ਅੱਛਾ, ਜਦੋਂ ਤੁਸੀਂ 5ਵੀਂ 6ਵੀਂ ਦੇ ਵਿੱਚ ਦੱਸਿਆ ਸਕੂਲ ਪੜ੍ਹਦੇ ਸੀਗੇ, ਉਹ ਤੁਹਾਡੇ ਬ੍ਰਦਰ ਦਾ ਦੋਸਤ ਸੀਗਾ, ਤਾਂ ਤੁਸੀਂ ਇਹ ਗੱਲ ਵਿੱਚ ਕਹਿ ਰਹੇ ਹੋ ਵੀ ਬੈਂਸ ਹੋਰਾਂ ਨੇ ਪੁੱਛਿਆ ਤੁਹਾਨੂੰ ਤੁਹਾਡਾ ਘਰ ਕਿੱਥੇ ਹੈ, ਤੁਸੀਂ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਸੀ ਆਪਣੇ ਮੇਰੇ ਗੁਆਂਢ ਦੇ ਵਿੱਚ ਇਹ ਕੁੜੀ ਹੈ, ਕਿੱਥੇ ਵਿਆਹੀ ਹੈ ਜਾਂ ਕਿੱਦਾਂ? ਆਂਢ ਗੁਆਂਢ 'ਚ ਤਾਂ ਪਤਾ ਹੁੰਦਾ ਇੱਕ ਦੂਜੇ ਨੂੰ। ਸਾਰੇ ਡੀਲਰ ਦੇ ਘਰ ਆਏ ਸੀ, ਡੀਲਰ ਦੇ ਘਰ ਕੋਲ ਮੇਰਾ ਆਪਣਾ ਘਰ ਸੀ ਈਸ਼ਰ ਨਗਰ 'ਚ, ਉਹ ਮੇਰੇ ਪੇਰੈਂਟਸ ਦਾ ਘਰ ਹੈ ਇਹਨਾਂ ਦੇ ਘਰ ਦੇ ਕੋਲ।
ਇਹ ਡੀਲਰ ਦੇ ਘਰ ਆਏ ਸੀ ਨਾ ਜਿਹੜੇ, ਉਹ ਡੀਲਰ ਦੇ ਨਾਲ ਘਰ ਸੀ ਮੇਰਾ ਈਸ਼ਰ ਨਗਰ 'ਚ, ਤਾਂ ਮੇਰਾ ਘਰ ਪੁੱਛਦੇ ਪਏ ਸੀ। ਤੁਹਾਡੀ ਪਹਿਚਾਣ ਨਹੀਂ ਸੀ ਉਹਨਾਂ ਨੂੰ ਵੀ ਤੁਸੀਂ ਕੌਣ ਹੋ? ਪਹਿਚਾਣ ਤਾਂ ਸੀ, ਤਾਂ ਹੀ ਤਾਂ ਪੁੱਛ ਰਹੇ ਸੀ ਕਿ ਤੇਰਾ ਘਰ ਕਿੱਥੇ ਆ। ਤੇ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੇਰਾ ਘਰ ਇਹਨਾਂ ਦੇ ਘਰ ਦੇ ਕੋਲ ਹੀ ਆ। ਡੀਲਰ ਨੇ ਨਵੀਆਂ ਕੋਠੀਆਂ ਬਣਾਈਆਂ ਸੀ, ਉਹ ਕੋਠੀ ਸਾਨੂੰ ਦਿੱਤੀ ਸੀ। ਬਾਕੀ ਸਰ ਹੁਣ ਕੜਵਲ ਬੜਾ ਬੋਲਦਾ ਹੁੰਦਾ ਸੀ ਪਹਿਲਾਂ ਕਿ ਇਹ ਗਲਤ ਨੇ, ਉਹਨੇ ਵੀ ਬੜੀ ਵਾਰੀ ਪ੍ਰੂਫ ਕੀਤਾ ਹੈ ਕਿ ਗਲਤ ਨੇ, ਇਹ ਬੰਦੇ ਗਲਤ ਨੇ, ਫਿਰ ਹੁਣ ਕਿਉਂ ਨਹੀਂ ਬੋਲਦਾ ਕੜਵਲ? ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਬੋਲ ਰਹੇ? ਸਰ ਇਹ ਤਾਂ ਹੁਣ ਪਤਾ ਨਹੀਂ ਕਿਹਨੂੰ ਕਿਹਨੂੰ ਪ੍ਰੈਸ਼ਰਾਈਜ਼ ਕਰਿਆ ਹੋਇਆ ਇਹਨਾਂ ਨੇ ਕਿ ਕੋਈ ਨਾ ਬੋਲੇ। ਮੇਰੇ ਤੇ ਵੀ ਬਹੁਤ ਪ੍ਰੈਸ਼ਰਾਈਜ਼ ਹੋ ਰਿਹਾ। ਸਾਰੇ ਲੋਕੀ ਕਿ ਬਹੁਤ ਸਾਰੇ ਲੋਕ ਨੇ ਜਿਹੜੇ। ਕੀ ਪ੍ਰੈਸ਼ਰ ਹੈ ਤੁਹਾਡੇ ਤੇ? ਕੌਣ ਤੁਹਾਡੇ ਨਾਲ ਮਤਲਬ ਤੁਹਾਡੇ ਤੱਕ ਕੌਣ ਪਹੁੰਚ ਕਰ ਰਿਹਾ, ਕੀ ਕਹਿ ਰਿਹਾ ਤੁਹਾਨੂੰ? ਸਰ 17 ਤਰੀਕ ਨੂੰ 16 ਤਰੀਕ ਨੂੰ ਜਿਸ ਦਿਨ ਮੈਂ ਦੇਣ ਗਈ ਹਾਂ ਸੀਪੀ ਨੂੰ ਕੰਪਲੇਨ, ਤਾਂ ਮੈਂ ਇਹਨਾਂ ਦਾ ਫੋਨ ਨਹੀਂ ਸੀ ਚੱਕਦੀ, ਨਾ ਇਹਦਾ ਨਾ ਇਹਦੇ ਬ੍ਰਦਰ ਕਰਮਜੀਤ ਸਿੰਘ ਬੈਂਸ ਦਾ। ਤੇ ਇਹਨਾਂ ਨੂੰ ਡਾਊਟ ਹੋ ਗਿਆ ਸੀ ਵੀ ਇਹਨੂੰ ਗੁੱਸਾ ਚੜਿਆ, ਇਹਨੂੰ ਕੁਝ ਕਰਨਾ ਹੀ ਆ, ਕਿਉਂਕਿ ਪੁਲਿਸ ਨੇ ਮੇਰੇ ਪੈਸੇ ਪੇਮੈਂਟ ਦਵਾ ਦਿੱਤੀ ਸੀ, ਇਹਨਾਂ ਨੇ ਕੁਝ ਨਹੀਂ ਕੀਤਾ। ਤੇ ਫਿਰ ਮੇਰੇ ਘਰ ਹੀ ਇਹਦਾ ਕਰਮਜੀਤ ਬ੍ਰਦਰ ਇਹਦਾ ਜਿਹੜਾ ਕਰਮਜੀਤ ਬੈਂਸ ਮੇਰੇ ਘਰੇ ਆ ਗਿਆ ਸੀ। ਮੈਨੂੰ ਕਹਿੰਦਾ ਸੀ ਮੇਰੇ ਨਾਲ 10 ਮਿੰਟ ਲਈ ਬਾਹਰ ਚੱਲ, ਮੈਂ ਤੇਰੇ ਪੈਰ ਫੜਦਾ। ਮੈਂ ਕਿਹਾ ਮੈਂ ਨਹੀਂ ਤੇਰੇ ਨਾਲ ਜਾਣਾ। ਕਹਿੰਦਾ ਫਿਰ ਮੈਂ ਬਾਹਰ ਆ ਜਾ। ਮੈਂ ਕਿਹਾ ਬਾਹਰ ਨਹੀਂ ਆਉਣਾ। ਕਹਿੰਦਾ ਘਰੇ ਆ ਜਾ ਮੇਰੀ ਮੰਮੀ ਕੋਲ। ਤੇ ਮੈਂ ਕਿਹਾ ਮੈਂ ਨਹੀਂ ਆਉਣਾ, ਤੇ ਮੈਂ ਸੀਪੀ ਸਰ ਕੋਲ ਚਲੀ ਗਈ ਸੀ। ਉਸ ਤੋਂ ਬਾਅਦ ਇਹਦਾ ਬ੍ਰਦਰ ਜਿਹੜਾ ਪਰਮਜੀਤ ਸਿੰਘ ਪੰਮਾ ਮੇਰੇ ਬ੍ਰਦਰ ਕੋਲ ਗਿਆ। ਪਹਿਲਾਂ ਇਹਦਾ ਪੀਏ ਗਿਆ ਮੇਰੇ ਡੈਡੀ ਕੋਲ, ਕਹਿੰਦਾ ਕਿ ਆਪਣੀ ਕੁੜੀ ਨੂੰ ਕਹੋ ਵੀ ਸਟੈਪ ਵਾਪਸ ਲੈ ਲਾ, ਵੀ ਉਹਨੂੰ ਕਹੋ, ਉਹਨੂੰ ਰਿਕੁਐਸਟ ਕਰੋ ਸਟੈਪ ਵਾਪਸ ਲੈ। ਉਸ ਤੋਂ ਬਾਅਦ ਮੇਰੇ ਬ੍ਰਦਰ ਕੋਲ ਚਲਾ ਗਿਆ ਪਰਮਜੀਤ ਸਿੰਘ ਪੰਮਾ, ਇਹਦਾ ਬ੍ਰਦਰ ਪਰਮਜੀਤ ਸਿੰਘ ਬੈਂਸ। ਕਹਿੰਦਾ ਕਿ ਉਹ ਘਰ ਜਿਹੜਾ ਨਾ ਤੁਹਾਡੀ ਕੁੜੀ ਦਾ ਉਹਦੇ ਨਾਂ ਕਰਾ ਦਿੰਦੇ ਆ, ਤੇ ਤੁਸੀਂ ਉਹਨੂੰ ਕੋਈ ਸਟੈਪ ਵਾਪਸ ਲੈ ਲਾ। ਤੇ ਬਾਕੀ ਕਦੇ ਕਾਲ ਆਉਂਦੀ ਆ ਕਿ ਲੋਕੀ ਕਹਿੰਦੇ ਕਿ ਆਪਣੇ ਬੱਚਿਆਂ ਨੂੰ ਬਾਹਰ ਨਾ ਜਾਣ ਦਿਓ, ਤੁਹਾਡੇ ਬੱਚਿਆਂ ਨੂੰ ਖਤਰਾ ਆ, ਬੱਚਿਆਂ ਦਾ ਧਿਆਨ ਰੱਖੋ ਆਪਣਾ। ਪ੍ਰੈਸ਼ਰਾਈਜ਼ ਹਰ ਪਾਸੇ ਹੋ ਰਿਹਾ ਵਾ। ਹੁਣ ਮੈਨੂੰ ਪੁਲਿਸ ਨੇ ਸਿਕਿਉਰਿਟੀ ਤਾਂ ਦਿੱਤੀ ਆ, ਪਰ ਪੁਲਿਸ ਨੂੰ ਕਾਰਵਾਈ ਵੀ ਕਰਨੀ ਚਾਹੀਦੀ ਹੈ ਜਲਦੀ ਤੋਂ ਜਲਦੀ ਇਹਦੇ 'ਤੇ। ਅੱਛਾ, ਜਿਵੇਂ ਤੁਸੀਂ ਪੁਲਿਸ ਦੀ ਕਾਰਵਾਈ, ਤੁਹਾਨੂੰ ਵੀ ਬਿਆਨ ਦਰਜ ਕਰਵਾਉਣ ਦੇ ਲਈ ਬੁਲਾਇਆ ਗਿਆ ਸੀ ਉਸ ਦਿਨ ਕੀ ਕਾਰਵਾਈ ਰਹੀ ਉੱਥੇ? ਕੀ ਗੱਲਬਾਤ ਕੀਤੀ ਪੁਲਿਸ ਨੇ ਤੁਹਾਡੇ ਨਾਲ? ਤੁਸੀਂ ਇਹ ਸਵਾਲ ਕੀਤਾ ਵੀ ਡਿਲੇ ਕਿਉਂ ਹੋ ਰਿਹਾ ਇਸ ਮਾਮਲੇ ਦੇ ਵਿੱਚ? ਹਾਂਜੀ ਸਰ, ਉਹ ਕਹਿੰਦੇ ਸੀ ਕਿ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ। ਉਹਨਾਂ ਦੇ ਵੀ ਵਟਸਐਪ ਵਗੈਰਾ ਉਹਨਾਂ ਦੀ ਡਿਟੇਲ ਵੀ ਕਢਵਾਈ ਆ, ਔਰ ਮੈਂ ਵੀ ਆਪਣਾ ਫੋਨ ਉਹਨਾਂ ਦੇ ਹੈਂਡਓਵਰ ਕਰਤਾ ਸੀ। ਉਹਨਾਂ ਨੇ ਵਟਸਐਪ ਡਿਟੇਲ ਕਢਵਾਈ, ਸਾਰੇ ਪ੍ਰਿੰਟ ਆਊਟ ਕਢਾਏ ਨੇ ਦੁਬਾਰਾ। ਤੇ ਬਾਕੀ ਜਿਹੜੇ ਮੇਰੀ ਸਟੇਟਮੈਂਟ ਸੀ ਉਹ ਸੀਪੀ ਸਰ ਵਾਲੀ ਵੀ ਸੀਗੀ, ਕਿਉਂਕਿ ਮੈਂ ਜਿਹੜੀ ਰਿਟਨ 'ਚ ਪਹਿਲਾਂ ਦਿੱਤੀ ਹੋਈ ਉਹੀ ਮੇਰੀ ਸਟੇਟਮੈਂਟ ਸੀ ਨਾ ਲਾਸਟ। ਇਹ ਵੀ ਚਰਚਾ ਹੋ ਰਹੀ ਹੈ, ਕਹਿੰਦੇ ਹਾਈ ਕੋਰਟ ਦੇ ਵਿੱਚ ਵੀ ਰਿਟ ਕੋਈ ਫਾਈਲ ਕਰ ਦਿੱਤੀ ਹੈ, ਕੋਈ ਹੈ ਕੁਝ ਇਦਾਂ ਦੀ ਕਾਰਵਾਈ ਵੀ ਕੀਤੀ ਤੁਹਾਡੇ ਵੱਲੋਂ? ਹਾਂਜੀ ਸਰ, ਹਾਈ ਕੋਰਟ 'ਚ ਰਿਟ ਕਰੀ ਹੋਈ ਆ। ਤੇ ਕੀ ਲਿਖਿਆ ਉਹਦੇ ਵਿੱਚ? ਰਿਟ ਕੀ ਪਾਈ ਹੈ ਤੁਸੀਂ? ਉਹਦੇ ਵਿੱਚ ਇਹੀ ਹੈ ਕਿ ਇਹਦੇ 'ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਹੈ। ਮੈਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੈ, ਕੁਝ ਵੀ ਕਰ ਸਕਦਾ ਸਰ। ਜੇ ਕੁਝ ਵੀ ਹੁੰਦਾ ਤਾਂ ਇਹਦੀ ਫੈਮਿਲੀ ਪੂਰੀ ਜ਼ਿੰਮੇਵਾਰ ਹੋਊਗੀ। ਮੇਰੇ ਤੇ ਮੇਰੇ ਬੱਚਿਆਂ 'ਤੇ ਗੈਂਗਵਾਰ ਹੁੰਦੀ ਹੈ, ਕੋਈ ਹਮਲਾ ਹੁੰਦਾ ਆ, ਕੋਈ ਸਾਡੇ 'ਤੇ ਕੋਈ ਵੀ ਐਕਸ਼ਨ ਹੁੰਦਾ ਹੈ, ਕੋਈ ਵੀ ਸਾਡੀ ਜਾਨ ਮਾਲ ਦਾ ਨੁਕਸਾਨ ਹੁੰਦਾ, ਤਾਂ ਇਹ ਪੂਰਾ ਪਰਿਵਾਰ ਦੋਸ਼ੀ ਹੋਊਗਾ। ਅੱਛਾ, ਜਦੋਂ ਇਹ ਸਾਰਾ ਤੁਹਾਡੇ ਨਾਲ ਇੱਦਾਂ ਚੱਲ ਰਿਹਾ ਸੀ, ਤੁਸੀਂ ਇਹਨਾਂ ਦੇ ਬ੍ਰਦਰ ਨੂੰ ਵੀ ਤੁਸੀਂ ਦੱਸ ਰਹੇ ਹੋ ਵੀ ਮੈਂ ਫੋਨ ਕਰਕੇ ਕਹਾਣੀ ਦੱਸੀ ਸੀ ਉਦੋਂ, ਹੈ ਨਾ, ਜਦੋਂ ਇਹ ਸ਼ੁਰੂ ਹੋਇਆ ਸਿਲਸਿਲਾ ਜੋ ਵੀ ਸੀਗਾ, ਤਾਂ ਇਸ ਦੌਰਾਨ ਕਦੇ ਤੁਹਾਨੂੰ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਵਾਈਫ ਦੇ ਨਾਲ ਕਿਸੇ ਨਾਲ ਮੇਲ ਹੋਇਆ? ਕਿਸੇ ਮਹਿਲਾ ਦੇ ਨਾਲ ਉਹਨਾਂ ਦੇ ਪਰਿਵਾਰ 'ਚੋਂ ਕਦੀ ਮੇਲ ਹੋਇਆ? ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਂ ਮਿਲਣ ਦੀ ਕੋਸ਼ਿਸ਼ ਕੀਤੀ? ਨਹੀਂ ਸਰ, ਇਹਨਾਂ ਦੀ ਫੈਮਲੀਆਂ ਇਹ ਆਫਿਸ 'ਚ ਹੀ ਮਿਲਦੇ ਨੇ, ਘਰ ਨਹੀਂ ਮਿਲਦੇ ਕਦੇ। ਮੈਂ ਇਹਦੀ ਫੈਮਲੀ ਨੂੰ ਨਹੀਂ ਮਿਲੀ। ਜਿਹੜੇ ਉਹ ਜਸਵੀਰ ਕੌਰ ਜੀ ਤੁਸੀਂ ਜਿਹੜਾ ਜ਼ਿਕਰ ਕਰਦੇ ਹੋ, ਜਿਹੜੇ ਭਾਬੀ, ਉਹ ਕੌਣ ਨੇ? ਇਹਨਾਂ ਦੇ ਸਕੀ ਭਾਬੀ ਨੇ? ਕੌਣ ਨੇ ਉਹ? ਸਰ ਇਹਨਾਂ ਦੀ ਪੜੋਸਣ ਹੈ ਉਹ, ਜਿਹੜੀ ਜਸਵੀਰ ਕੌਰ ਭਾਬੀ ਹੈ। ਅੱਛਾ, ਜਦੋਂ ਇਹ ਸਾਰਾ ਕੁਝ ਸਿਨੈਰੀਓ ਬਣ ਗਿਆ, ਤਾਂ ਉਹਨਾਂ ਨਾਲ ਕੋਈ ਰਾਬਤਾ ਹੋਇਆ ਤੁਹਾਡਾ, ਜਾਂ ਤੁਸੀਂ ਪਹਿਲਾਂ ਉਹਨਾਂ ਨਾਲ ਗੱਲ ਕੀਤੀ ਸੀ ਵੀ ਮੈਂ ਸ਼ਿਕਾਇਤ ਕਰ ਦੇਣੀ ਆ ਹੁਣ? ਨਹੀਂ ਸਰ, ਮੈਂ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ, ਕਿਉਂਕਿ ਮੈਨੂੰ ਆਪਣੇ ਆਪ ਤਾਂ ਇਹ ਸੀਗਾ ਕਿ ਉਹ ਚਾਹੀਦਾ ਤਾਂ ਉਹਨੂੰ ਵੀ ਆ ਕਿ ਉਹਦੇ ਘਰ ਇੱਦਾਂ ਕਿਉਂ ਹੋ ਰਿਹਾ ਵਾ। ਚੱਲ ਚਾਹੀ ਉਹਨੂੰ ਫੋਨ ਵੀ ਕਰਦਾ ਤਾਂ ਉਹ ਮਨਾ ਕਰ ਸਕਦੀ ਹੈ ਕਿ ਮੇਰੇ ਘਰ ਇਹ ਕੰਮ ਨਹੀਂ ਹੋਣਾ, ਤਾਂ ਵੀ ਤਾਂ ਸਹੀ ਸੀਗਾ ਨਾ। ਪਰ ਉਹਨੇ ਕੁਝ ਨਹੀਂ ਮਨਾ ਕੀਤਾ। ਖੁਦ ਆਪਣੇ ਬੇਟੇ, ਉਹਦਾ ਬੇਟਾ ਇੱਕ ਦਿਨ ਘਰ ਸੀ ਜਦੋਂ ਇਹਨੇ ਰਿਲੇਸ਼ਨ ਬਣਾਏ ਨੇ, ਤਾਂ ਉਹ ਆਪਣੇ ਬੇਟੇ ਨੂੰ ਕਹਿੰਦੀ ਉੱਪਰ ਬੈਠ ਜਾ। 2 ਘੰਟੇ ਦਾ ਬੇਟਾ ਛੱਤ 'ਤੇ ਬੈਠਾ ਰਿਹਾ। ਇਟ ਮੀਨ ਸਾਰੀ ਫੈਮਿਲੀ ਰਲੀ ਹੋਈ ਹੈ ਨਾਲ। ਅੱਛਾ, ਜਿਹੜੀ ਕਾਲ ਰਿਕਾਰਡਿੰਗ ਦੀ ਮੈਂ ਇੱਕ ਵਾਰ ਫੇਰ ਸਵਾਲ ਲੈਣ ਲੱਗਾ ਤੁਹਾਡੇ ਤੋਂ, ਉਹ ਪੂਰੀਆਂ ਕਾਲ ਰਿਕਾਰਡਿੰਗਸ ਹੈਗੀਆਂ ਨਾ ਤੁਹਾਡੇ ਕੋਲ ਪੂਰੀਆਂ, ਟਿਲ ਜਦੋਂ ਗੱਲ ਸ਼ੁਰੂ ਹੁੰਦੀ ਸੀ, ਹੈਲੋ ਜਦੋਂ ਆਪਾਂ ਫੋਨ ਚੱਕਦੇ ਹਾਂ ਕਿਸੇ ਦਾ, ਔਰ ਲਾਸਟ ਵਿੱਚ ਆਪਾਂ ਜਦੋਂ ਕਿਸੇ ਨੂੰ ਵੀ ਖਤਮ ਕਰਦੇ ਹਾਂ ਕਾਲ ਨੂੰ, ਤਾਂ ਉਹ ਛੋਟੀਆਂ ਨੇ ਕਾਲਾਂ, ਹੈ ਨਾ, ਉਹਨਾਂ ਦੀ ਡਿਊਰੇਸ਼ਨ ਘੱਟ ਹੈ। ਉਹ ਪੂਰੀ ਕਾਲ ਡਿਟੇਲਸ ਜਿਹੜੀਆਂ ਰਿਕਾਰਡਿੰਗਸ ਜਿਹੜੀਆਂ ਉਹ ਕਿਉਂ ਨਹੀਂ ਸਾਹਮਣੇ ਲਿਆਂਦੀਆਂ ਗਈਆਂ? ਸਰ ਪੂਰੀ ਕਾਲ ਰਿਕਾਰਡਿੰਗ ਹੈ, ਰਿਕਾਰਡਿੰਗ ਕੱਢ ਕੇ ਸੁਣਾ ਦਾਂ ਤੁਹਾਨੂੰ ਮੈਂ। ਪੂਰੀ ਕਾਲ ਰਿਕਾਰਡਿੰਗ ਹੈ, ਜਿੰਨੀ ਵੀ ਰਿਕਾਰਡਿੰਗ ਹੈ, ਕੋਈ ਕਟਿੰਗ ਨਹੀਂ ਇਹਦੇ ਵਿੱਚ। ਸੇਮ ਜਿੰਨੀ ਗੱਲਬਾਤ ਹੋਈ ਹੈ ਮੇਰੀ, ਮੈਂ ਤਾਂ ਖੁਦ ਪਰੇਸ਼ਾਨ ਸੀ। ਤੁਸੀਂ ਆਵਾਜ਼ ਤੋਂ ਹੀ ਦੇਖ ਸਕਦੇ ਹੋ ਕਿ ਮੈਂ ਕਿਹੜਾ ਕੰਮ ਕਹਿ ਰਹੀ ਹਾਂ, ਉਹ ਆਪਣਾ ਕੰਮ ਕਹਿ ਰਹੇ ਨੇ। ਕਿ ਜਿਹੜੇ ਬੰਦਾ ਇੱਕ ਪਰੇਸ਼ਾਨ ਆ,
ਉਹਦੇ ਪੈਸੇ ਫਸੇ ਹੋਏ ਨੇ। ਹੁਣ ਜਿਹੜੀ ਮਾੜੀ ਮੋਟੀ ਜਿਹੜੇ ਇਹਨਾਂ ਨੇ ਪੈਸੇ ਦਿੱਤੇ ਉਹ ਵੀ ਮੇਰੇ ਬੱਚਿਆਂ ਦੀ ਸੇਵਿੰਗ ਜਿਹੜੀ ਰੱਖੀ ਆ ਉਹ ਥੋੜੀ ਨਾ ਮੈਂ ਹੁਣ ਉਹਨਾਂ ਨੂੰ ਯੂਜ਼ ਕਰੂੰਗੀ। ਹੁਣ ਜਿਹੜਾ ਮੇਰਾ ਪਲਾਟ ਦੱਬਦੇ ਪਏ ਸੀ ਉਹ ਤਾਂ ਮੈਂ ਆਪਣਾ ਲੈਣਾ ਸੀ ਨਾ, ਕਿਉਂਕਿ ਮੇਰੇ ਹਸਬੈਂਡ ਹੈ ਨਹੀਂ ਗੇ। ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਈ ਕਿ ਸਾਡੀ ਨੋਨ 'ਚ ਹੈਗੀ ਆ ਤੇ ਅਸੀਂ ਇਹਦੀ ਹੈਲਪ ਕਰੀਏ। ਇਹਦੇ ਹਸਬੈਂਡ ਵੀ ਨਹੀਂ ਹੈਗੇ, ਇਹਦੇ ਘਰ ਪੈਸੇ ਪਹੁੰਚਾਈਏ। ਉਹ ਪਹੁੰਚਾਉਣ ਦੀ ਬਜਾਏ ਮੇਰੇ ਪੈਸੇ ਮੈਨੂੰ ਜਲੀਲ ਕਰ ਕਰਕੇ ਦਿੱਤੇ ਨੇ। ਮੇਰੇ ਪੈਸੇ ਨਾ, ਉਹ ਵੀ ਅੱਧੇ ਦਵਾ ਰਿਹਾ ਸੀ, ਉਹ ਵੀ ਮੈਨੂੰ ਪੁਲਿਸ ਨੇ ਪੂਰੇ ਦਵਾਏ ਨੇ। ਤੁਹਾਡੇ ਕੀ ਕਰਦੇ ਸੀ ਹਸਬੈਂਡ ਤੁਹਾਡੇ? ਸਰ ਉਹ ਪਾਵਰ ਕੈਪੈਸਿਟਰ ਰਿਪੇਅਰ ਕਰਦੇ ਸੀ, ਇੰਡਕਸ਼ਨ ਫਰਨੈਸ ਦੇ ਵਿੱਚ ਯੂਜ਼ ਹੁੰਦੇ ਨੇ। ਪੈਨਲ ਦੇ ਵਿੱਚ ਲੁਧਿਆਣਾ ਸਟੀਲ, ਆਰਤੀ ਸਟੀਲ, ਸ਼ਾਰੂ ਸਟੀਲ, ਇਹ ਸਾਰੇ ਸਾਡੇ ਕਸਟਮਰ ਨੇ। ਗੋਆ ਕੀਨੀਆ ਤੱਕ ਕੰਮ ਕਰਿਆ ਹੋਇਆ ਸੀ ਸਰ, ਬਹੁਤ ਵਧੀਆ ਕੰਮ ਸੀ। ਤੇ ਉਹਨਾਂ ਦਾ ਲੀਵਰ ਡੈਮੇਜ ਹੋ ਗਿਆ ਸੀ ਤਾਂ ਸਾਡਾ ਕੰਮ ਥੋੜ੍ਹਾ ਜਿਹਾ ਬੈਕ ਚੱਲਾ। ਤੁਸੀਂ ਕਿਸ ਤਰੀਕੇ ਜੌਬ ਕਰਦੇ ਸੀ, ਕਿਸ ਫੀਲਡ ਵਿੱਚ? ਸਰ ਮੈਂ ਕਨੈਕਟ ਬ੍ਰੌਡਬੈਂਡ 'ਚ ਐਜ਼ ਜੂਨੀਅਰ ਸੇਲਸ ਮੈਨੇਜਰ। ਤੇ ਬੇਟੇ ਵੀ ਅੱਗੇ ਜੌਬ ਕਰਦੇ ਨੇ ਘਰ? ਹਾਂਜੀ, ਇੱਕ ਬੇਟਾ ਕਰ ਰਿਹਾ ਹੈ ਸਰਪੀਰੀਆ ਹੋਂਡਾ ਦੇ ਵਿੱਚ ਸਰਵਿਸ ਐਡਵਾਈਜ਼ਰ, ਤੇ ਦੂਸਰਾ ਬੇਟਾ ਆਪਣਾ ਪਾਪਾ ਵਾਲਾ ਹੀ ਕੰਮ ਸੰਭਾਲ ਰਿਹਾ ਆ। ਹੁਣ ਵੀ ਇਹ ਹਿੰਦੁਸਤਾਨ ਕੰਪਨੀ ਹੈਗੀ ਆ ਹਿਮਾਚਲ 'ਚ, ਉੱਥੋਂ ਕੰਮ ਲੈ ਕੇ ਆਇਆ। ਹੁਣ ਇਹਨੂੰ ਬੁਲਾ ਰਹੇ ਨੇ, ਪਰ ਹੁਣ ਇੰਨਾ ਜ਼ਿਆਦਾ ਇਹਨਾਂ ਦਾ ਪ੍ਰੈਸ਼ਰਾਈਜ਼ ਹੋ ਗਿਆ ਕੰਮ 'ਤੇ ਵੀ ਨਹੀਂ ਮੈਂ ਭੇਜ ਪਾ ਰਹੀ ਇਹਨੂੰ। ਤੁਸੀਂ ਦੱਸ ਰਹੇ ਸੀ ਕਿ ਜੌਬ ਦੇ ਉੱਤੇ ਜਿਹੜਾ ਬੇਟਾ ਛੋਟਾ ਉਹਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਜਾਂ ਕੁਝ ਇਦਾਂ? ਉੱਥੇ ਹੁਣ ਉਹਦੇ ਨਾਲ ਵੀ ਰੂਡਲੀ ਬਿਹੇਵ ਹੋ ਰਿਹਾ। ਪਹਿਲਾਂ ਬਹੁਤ ਵਧੀਆ ਸੀ, ਹੁਣ ਰੂਡਲੀ ਬਿਹੇਵ ਹੋ ਰਿਹਾ। ਤੁਸੀਂ ਆਪੇ ਦੇਖ ਲਓ, ਐਡੇ ਵੱਡੇ ਬੰਦੇ ਨਾਲ ਕੋਈ ਮੱਥਾ ਕੌਣ ਲਾ ਸਕਦਾ? ਉਹੀ ਨਾ ਜਿਹੜਾ ਬਹੁਤ ਦੁਖੀ ਹੋਵੇ, ਜਿਹਨੂੰ ਇਹਨਾਂ ਨੇ ਤੰਗ ਕਰ ਰੱਖਿਆ ਸੀ, ਕੁਝ ਕਹਿਣ ਦੀ ਹੱਦ ਨਹੀਂ। ਇੱਕ ਨੇ ਤਾਂ ਯੂਜ਼ ਕਰ ਲਿਆ, ਦੂਜਾ ਵੀ ਸ਼ੁਰੂ ਹੋ ਗਿਆ, ਉਹਨੂੰ ਸ਼ਰਮ ਨਹੀਂ ਆਈ ਹੈਗੀ। ਦੇਖ ਲਓ, ਤਾਂ ਇਹਨਾਂ ਤੋਂ ਦੁਖੀ ਹੋ ਕੇ ਮੈਂ ਕੰਪਲੇਂਟ ਕਰੀ ਹੈ ਸਰ। ਦੂਸਰੇ ਨੇ ਵੀ ਤੁਹਾਨੂੰ ਕੋਈ ਟੀਜ਼ ਕੀਤਾ, ਕੁਝ ਇਦਾਂ ਕੋਈ ਛੇੜਖਾਨੀ ਕੀਤੀ ਹੈ ਕੋਈ? ਸਰ ਕਾਲਸ, ਡੇਲੀ ਕਾਲਸ ਕਰਨੀਆਂ ਮਿਲਣ ਵਾਸਤੇ, ਮਿਲ ਮੇਰੀ ਫੈਕਟਰੀ ਆ, ਮੈਕਡੀ ਕੋਲ ਆ ਕੇ ਗੱਲ ਕਰ, ਮੈਨੂੰ ਮਿਲ। ਤਾਂ ਫਿਰ ਪਰੇਸ਼ਾਨੀ ਹੁੰਦਾ ਬੰਦਾ, ਤੁਸੀਂ ਖੁਦ ਦੱਸੋ। ਮੈਨੂੰ ਇਹੀ ਕੰਮ ਰਹਿ ਗਿਆ ਕਿ ਇੱਕ ਨੇ ਯੂਜ਼ ਕਰ ਲਿਆ, ਦੂਜਾ ਸ਼ੁਰੂ ਹੋ ਜਾਏ। ਉਹ ਹੋਰ ਸਹਿ ਲੈਣਗੇ ਸਰ, ਮੈਂ ਨਹੀਂ ਸਹਿ ਸਕਦੀ ਹੈਗੀ ਨਾ ਮੈਂ, ਕਿਉਂਕਿ ਮੈਂ ਬਿਮਾਰ ਵੀ ਹੋ ਗਈ ਹਾਂ ਇਸੇ ਪਰੇਸ਼ਾਨੀ ਦੇ ਨਾਲ। ਮੈਨੂੰ ਸਾਹ ਦੀ ਪ੍ਰੋਬਲਮ ਹੋ ਗਈ ਹੈ। ਹੁਣ ਜਦੋਂ ਮੈਂ ਦੂਸਰੀ ਜਗ੍ਹਾ ਜੌਬ ਕਰਦੀ ਸੀ ਤਾਂ ਮੈਨੂੰ ਉੱਥੇ ਬੇਹੋਸ਼ ਵੀ ਹੋ ਗਈ ਸੀ। ਮੈਨੂੰ ਇੰਨੇ ਸਾਹ ਹੀ ਨਹੀਂ ਵਾਪਸ ਆਇਆ ਮੈਨੂੰ। ਰੋਜ਼ ਦੀਆਂ, ਤੁਸੀਂ ਦੱਸੋ, ਰੋਜ਼ ਦੀਆਂ ਕਾਲ। ਆਪਾਂ ਕੰਮ ਦਾ ਪ੍ਰੈਸ਼ਰ ਲਵਾਂਗੇ, ਘਰ ਦੀਆਂ ਟੈਨਸ਼ਨਾਂ ਲਵਾਂਗੇ, ਕਿ ਇਹਨਾਂ ਲੋਕਾਂ ਦੀਆਂ ਟੈਨਸ਼ਨਾਂ ਲਵਾਂਗੇ ਕਿ ਸਾਨੂੰ ਕਾਲਾਂ ਕਰਦੇ ਪਏ ਨੇ। ਐਡੇ ਵਿਹਲੇ ਹੋ ਗਏ ਦੋਨੋਂ ਭਰਾ ਕੇ ਮੈਨੂੰ ਹੀ ਕਾਲਾਂ ਕਰੀ ਜਾਂਦੇ ਨੇ। ਜਾਂ ਤਾਂ ਕੋਈ ਜਾਤੀ ਰੰਜਿਸ਼ ਕੱਢੀ ਇਹਨਾਂ ਨੇ, ਜਾਂ ਫਿਰ ਇਹਨਾਂ ਨੂੰ ਕਿ ਇਹੀ ਜਾਣਦੇ ਕਿ ਇਹ ਕਿਉਂ ਮੈਨੂੰ ਪਰੇਸ਼ਾਨ ਕਰਦੇ ਸੀ। ਕਹਿੰਦੇ ਸਿਆਸੀ ਦਬਾਅ ਇਹਨਾਂ ਦੇ ਉੱਤੇ, ਸਿਆਸੀ ਕੁਝ ਲੋਕ ਨੇ ਜਿਹੜੇ ਇਹਨਾਂ ਨੂੰ ਯੂਜ਼ ਕਰਕੇ ਇਹਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾ ਰਹੇ ਨੇ, ਔਰ ਉਹਨਾਂ ਦੇ ਦਬਾਅ 'ਚ ਹੀ ਮੇਰੇ ਉੱਤੇ ਇਦਾਂ ਦੇ ਇਲਜ਼ਾਮ ਲਗਾ ਰਹੇ ਨੇ। ਮੈਂ ਬਿਲਕੁਲ ਪਾਕ ਸਾਫ਼ ਹਾਂ, ਮੈਂ ਜਿਹੜੇ ਇਲਜ਼ਾਮ ਲਗਾਏ ਨੇ ਬੇਬੁਨਿਆਦ ਨੇ। ਸਰ ਉਹ ਤਾਂ ਸਾਰੇ ਪ੍ਰੂਫ ਜਿਹੜੇ ਸਾਬਤ ਹੋ ਰਹੇ ਨੇ, ਪੁਲਿਸ ਇਨਕੁਆਇਰੀ ਕਰੇ, ਇੱਕ ਇੱਕ ਚੀਜ਼ ਬਾਹਰ ਆਊਗੀ। ਇਹ ਜਿਹੜੇ ਪਾਕ ਸਾਫ਼ ਨੇ ਨਾ, ਉਹ ਸਾਰਾ ਪਤਾ ਲੱਗ ਜੂਗਾ। ਹੁਣ ਪੁਲਿਸ ਵੀ ਮੇਰੇ ਘਰ ਹੈ ਤੇ ਇਹਨਾਂ ਨੂੰ ਪੁੱਛ ਲਓ ਕਿਹੜਾ ਕੋਈ ਮੈਨੂੰ ਮਿਲਣ ਆਉਂਦਾ, ਕਿਹੜਾ ਕੋਈ ਲੀਡਰ ਮੈਨੂੰ ਮਿਲਣ ਆਉਂਦਾ। ਕਦੇ ਅੱਜ ਤੱਕ ਕੋਈ ਕਿਸੇ ਨੇ ਮੇਰੇ ਨਾਲ ਕੰਟੈਕਟ ਨਹੀਂ ਕਰਿਆ। ਬਾਹਰੋਂ ਉਹ ਕਰ ਰਹੇ ਆ ਪ੍ਰੋਟੈਸਟ, ਤਾਂ ਉਹਨਾਂ ਦਾ ਥੈਂਕਸ ਆ। ਫਿਰ ਵੀ ਅਗਲਿਆਂ ਨੇ ਦੁੱਖ ਸਮਝਿਆ, ਉਹਨਾਂ ਨੇ ਫਿਰ ਵੀ ਉਹਨਾਂ ਦਾ ਥੈਂਕਸ ਆ। ਅਕਾਲੀਆਂ ਨੇ, ਸ਼ਿਵ ਸੈਨਾ ਵਾਲਿਆਂ ਨੇ, ਸਾਰਿਆਂ ਨੇ, ਜਿਨ੍ਹਾਂ ਆਪ ਵਾਲਿਆਂ ਨੇ, ਆਮ ਆਦਮੀ ਪਾਰਟੀ ਨੇ, ਜਿਨ੍ਹਾਂ ਨੇ ਵੀ ਕੀਤਾ, ਉਹਨਾਂ ਨੇ ਸਭ ਨੇ ਦੁੱਖ ਲੱਗਿਆ, ਉਹਨਾਂ ਨੇ ਤਾਂ ਕੀਤਾ ਨਾ। ਤੇ ਧੀਆਂ ਭੈਣਾਂ ਬਚ ਵੀ ਜਾਣਗੀਆਂ ਜੇ ਲੋਕੀ ਇਹਦਾ ਪ੍ਰੋਟੈਸਟ ਕਰਨਗੇ। ਹੁਣ ਤੁਹਾਨੂੰ ਲੱਗਦਾ ਵੀ, ਪਰ ਤੁਹਾਨੂੰ ਲੱਗਦਾ ਥੋੜੀ ਦੇਰੀ ਕਰ ਦਿੱਤੀ? ਜੇ ਤੁਸੀਂ ਸ਼ੁਰੂ ਦੇ ਵਿੱਚ ਇਹ ਆਵਾਜ਼ ਬੁਲੰਦ ਕੀਤੀ ਹੁੰਦੀ ਤਾਂ ਸ਼ਾਇਦ ਉਹ ਸਿਲਸਿਲਾ ਰੁਕ ਜਾਂਦਾ, ਜਿੱਦਾਂ ਦੇ ਤੁਸੀਂ ਇਲਜ਼ਾਮ ਲਗਾ ਰਹੇ ਹੋ। ਅੱਜ ਇਹ ਨੌਬਤ ਨਾ ਆਉਂਦੀ। ਸਰ ਮੈਂ ਸਿਰਫ ਇਸੇ ਕਰ, ਮੈਂ ਇਹਨੂੰ ਦੇਖਦੀ ਪਈ ਸੀ ਕਿ ਹਟ ਜੂਗੇ, ਪਰ ਇਹਦਾ ਬ੍ਰਦਰ ਵੀ ਉਹੀ ਕੰਮ ਤੇ ਸ਼ੁਰੂ ਹੋ ਗਿਆ, ਤਾਂ ਮੈਂ ਕੰਪਲੇਨ ਕਰੀ ਹੈ ਸਰ। ਮੈਂ ਬਹੁਤ ਜ਼ਿਆਦਾ ਅੱਤ ਦੀ ਦੁਖੀ ਹੋ ਕੇ ਕਰੀ ਆ। ਕਿਸੇ ਨੇ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕਰਿਆ। ਮੈਨੂੰ 2 ਛੁੱਟੀਆਂ ਸੀ, ਮੈਂ ਬਿਮਾਰ ਸੀ ਦੀਵਾਲੀ ਦੀਆਂ। ਇੱਕ ਛੁੱਟੀ ਮੈਂ ਆਰਾਮ ਕੀਤਾ, ਦੂਸਰੀ ਛੁੱਟੀ ਮੈਂ 16 ਤਰੀਕ ਨੂੰ ਜਾ ਕੇ ਕੰਪਲੇਨ ਕਰਤੀ, ਕਿਉਂਕਿ ਮੇਰੇ ਘਰ ਹੀ ਆ ਗਿਆ ਸੀ ਇਹਦਾ ਬ੍ਰਦਰ ਕਿ ਮੇਰੇ ਨਾਲ ਬਾਹਰ ਚੱਲ। ਤਾਂ ਉਹ ਕੈਮਰੇ ਦੇ ਵਿੱਚੋਂ ਕਿਸੇ ਦੇ ਘਰੋਂ ਰਿਕਾਰਡਿੰਗ ਜਿਹੜੀ ਆ ਉਹ ਵੀ ਡਿਲੀਟ ਕਰਵਾ ਦਿੱਤੀ ਗਈ ਹੈ 10 ਤੋਂ 10:30 ਵਿੱਚ ਦੀ। ਕਿਉਂ ਡਿਲੀਟ ਕਰਵਾਈ ਫਿਰ? ਕੀ ਮੰਗ ਕਰਦੇ ਹੋ ਤੁਸੀਂ ਹੁਣ? ਕਿਉਂਕਿ ਹੁਣ ਪੁਲਿਸ ਦੇ ਵੱਲੋਂ ਬਿਆਨ ਵੀ ਤੁਹਾਡੇ ਵੀ ਦਰਜ ਕਰ ਲਏ ਗਏ ਆ, ਤੇ ਪਿਛਲੇ ਦਿਨੀ ਸਿਮਰਜੀਤ ਸਿੰਘ ਬੈਂਸ ਹੋਰੀ ਵੀ ਆਪਣੇ ਬਿਆਨ ਦਰਜ ਕਰਵਾ ਕੇ ਆਏ ਨੇ। ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਹੁਣ? ਨਹੀਂ ਸਰ, ਮੇਰੀ ਕਿਸੇ ਨਾਲ ਹਜੇ ਗੱਲਬਾਤ ਨਹੀਂ ਹੋਈ ਹੈਗੀ। ਉਹਨਾਂ ਨੂੰ ਇਹ ਵੈਸੇ ਪੁਲਿਸ ਕਾਰਵਾਈ ਕਰਦੀ ਪਈ ਹੈ, ਕਾਰਵਾਈ ਕਰੂਗੀ ਵੀ, ਔਰ ਸੱਚਾਈ ਸਾਰੀ ਸਾਹਮਣੇ ਆਈ ਜਾਣੀ ਹੈ। ਸਰ ਜੇ ਇਹ ਸੱਚਾ ਵਾ ਨਾ ਤਾਂ ਦਰਬਾਰ ਸਾਹਿਬ ਜਾ ਕੇ ਆਪਣੇ ਬੱਚੇ ਲੈ ਜਾ ਕੇ ਕਸਮ ਖਾ ਲਵੇ। ਜੇ ਮੈਂ ਵੀ ਖੁਦ ਕਸਮ ਖਾਨੀ ਆਪਣੇ ਦੋਨੋਂ ਬੱਚੇ, ਮੇਰੇ ਦੋਨੋਂ ਬੱਚੇ ਮਰ ਜਾਣ ਜੇ ਮੈਂ ਝੂਠ ਬੋਲਾਂ। ਤੇ ਜੇ ਇਹ ਸੱਚ ਬੋਲਦਾ ਵਾ ਨਾ ਤੇ ਫਿਰ ਦਰਬਾਰ ਸਾਹਿਬ ਜਾ ਕੇ ਆਪਣੇ ਬੱਚੇ ਲੈ ਜਾਵੇ, ਕਸਮ ਖਾ ਲਵੇ। ਮੈਂ ਆਪਣੀ ਦਰਖਾਸਤ ਹੀ ਵਾਪਸ ਲੈ ਲੂੰਗੀ, ਇਹਨੂੰ ਮਾਫ ਕਰ ਦੂੰਗੀ, ਆਪੇ ਰੱਬ ਦੇਖੂਗਾ ਇਹਨੂੰ। ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ? ਸਰ ਮੰਗ ਮੈਂ ਇਹ ਕਰਦੀ ਹਾਂ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ ਤੇ ਇਹਦੀ ਜਿਹੜੀ ਸੱਚਾਈ ਹੈ ਉਹ ਸਾਹਮਣੇ ਬਾਹਰ ਆਵੇ। ਗੱਲਬਾਤ ਕਰਨ ਲਈ ਧੰਨਵਾਦ। ਤਾਂ ਇਹ ਸਨ ਉਹ ਪੀੜਤ ਮਹਿਲਾ ਜਿਸ ਦੇ ਵੱਲੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਨਾ ਸਿਰਫ ਗੰਭੀਰ ਇਲਜ਼ਾਮ ਲਗਾਏ ਨੇ, ਬਲਕਿ ਇਹ ਵੀ ਕਿਹਾ ਜਾ ਰਿਹਾ ਹੈ ਵੀ ਉਹਨਾਂ ਦੇ ਬ੍ਰਦਰ ਦੇ ਵੱਲੋਂ ਜਦੋਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ। ਇਹ ਇਲਜ਼ਾਮ ਨੇ ਇਹਨਾਂ ਦੇ ਵੀ ਜਦੋਂ ਉਹਨਾਂ ਦੇ ਸਿਮਰਜੀਤ ਸਿੰਘ ਬੈਂਸ ਦੇ ਬ੍ਰਦਰ ਨੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਤੋਂ ਬਾਅਦ ਹੀ ਇਹਨਾਂ ਨੇ ਇਹ ਸਟੈਪ ਚੱਕਿਆ। ਪਰ ਕਹਿੰਦੇ ਮੈਂ ਲਗਾਤਾਰ ਪ੍ਰੋਟੈਸਟ ਵੀ ਕਰਨੇ ਪਏ ਮੈਨੂੰ, ਪਰ ਅਜੇ ਤੱਕ ਕੋਈ ਕਾਰਵਾਈ ਠੋਸ ਤਾਂ ਹੁੰਦੀ ਨਜ਼ਰ ਨਹੀਂ ਆ ਰਹੀ।
ਔਰ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਰਿਟ ਦਾਇਰ ਕੀਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਕਾਰਵਾਈ ਕਰੇ। ਜੇਕਰ ਕੋਈ ਵੀ ਇਹਦੇ ਵਿੱਚ ਗਲਤ ਪਾਇਆ ਜਾਂਦਾ ਤੇ ਉਹਦੇ ਉੱਤੇ ਕਾਨੂੰਨ ਤਹਿਤ ਉਸ 'ਤੇ ਕਾਰਵਾਈ ਕਰਕੇ ਉਹਨੂੰ ਸਜ਼ਾ ਦਿਵਾਉਣ ਦੇ ਲਈ ਪੁਲਿਸ ਆਪਣੀ ਕਾਰਜ ਪ੍ਰਣਾਲੀ ਨੂੰ ਹੋਰ ਤੇਜ਼ੀ ਦੇ ਨਾਲ ਅੱਗੇ ਵਧਾਵੇ। ਔਰ ਵੱਡੀ ਗੱਲ ਕਹੀ ਗਈ ਹੈ ਵੀ ਜੇਕਰ ਸਿਮਰਜੀਤ ਸਿੰਘ ਬੈਂਸ ਸੱਚੇ ਨੇ ਤਾਂ ਉਹ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਪਰਿਵਾਰ ਸਮੇਤ ਜਾ ਕੇ ਉੱਥੇ ਇਹ ਗੱਲ ਨੂੰ ਕਹਿਣ ਵੀ ਉਹਨਾਂ ਦੇ ਵੱਲੋਂ ਅਜਿਹਾ ਕੋਈ ਵੀ ਗੁਨਾਹ ਨਹੀਂ ਕੀਤਾ ਗਿਆ। ਤਾਂ ਇਹ ਸ਼ਰਤ ਉਹਨਾਂ ਦੇ ਵੱਲੋਂ ਇੱਕ ਰੱਖੀ ਗਈ ਹੈ ਵੀ ਜੇਕਰ ਸਿਮਰਜੀਤ ਸਿੰਘ ਬੈਂਸ ਦਰਬਾਰ ਸਾਹਿਬ ਦੇ ਵਿੱਚ ਇਸ ਗੁਨਾਹ ਦੇ ਬਾਰੇ ਸੱਚ ਬੋਲਣ, ਕਹਿੰਦੇ ਨੇ ਵੀ ਜੇਕਰ ਸਿਮਰਜੀਤ ਸਿੰਘ ਬੈਂਸ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਆਪਣੇ ਪ੍ਰਵਾਸ ਸਮੇਤ ਇਹ ਗੱਲ ਕਹਿ ਦੇਣਗੇ ਵੀ ਮੈਂ ਅਜਿਹਾ ਕੁਝ ਨਹੀਂ ਕੀਤਾ, ਮੇਰੇ ਉੱਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਨੇ, ਤਾਂ ਮੈਂ ਆਪਣੀ ਸ਼ਿਕਾਇਤ ਵਾਪਸ ਲੈ ਲੂੰਗੀ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ ਹਮਦਰਦ TV ਲੁਧਿਆਣਾ।